वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी सवेर दी इस ऑनलाइन गुरमत क्लास दे विच जुड़ चुके हो, जिस विच आपां लड़ीवार सिख इतिहास वाच रहे हैं। सिख राज किवें गया, इन्हां क्लासां दे अधीन आप जी ने सरवण कीता है। महाराजा रणजीत सिंह तो बाद दे हालात, उस तो बाद सिखां ते अंग्रेजां दा जो युद्ध होए ने सतलुज दे कंढे ते ਵੱਖ-ਵੱਖ ਪਿੰਡਾਂ ਦੇ ਵਿੱਚ ਉਹ ਆਪ ਜੀ ਸਰਵਣ ਕਰ ਰਹੇ ਹੋ। ਮੁਦਕੀ ਦੀ ਝੜਪ, ਮੁਦਕੀ ਦੀ ਲੜਾਈ, ਫਿਰ ਉਸ ਤੋਂ ਬਾਅਦ ਫੇਰੂ ਸ਼ਹਿਰ, ਫਿਰੋਜ਼ਸ਼ਾਹ ਸ਼ਹਿਰ ਜਿਹਨੂੰ ਕਿਹਾ ਜਾਂਦਾ ਹੈ, ਉੱਥੋਂ ਦੀ ਜੰਗ ਤੇ ਅੱਜ ਆਪ ਜੀ ਇਸ ਤੋਂ ਅੱਗੇ ਦੇ ਜਿਹੜੇ ਹਾਲ ਹੈ ਉਹ ਸਰਵਣ ਕਰੋਗੇ। ਤੇ ਆਪ ਜੀ ਨੇ ਕੱਲ ਸਰਵਣ ਕੀਤਾ ਸੀ ਕਿ ਕਿਵੇਂ ਫੇਰੂ ਸ਼ਹਿਰ ਦੀ ਜੰਗ ਦੇ ਵਿੱਚ ਤੇਜਾ ਸਿੰਘ ਤੇ ਲਾਲ ਸਿੰਘ ਦੀ ਗਦਾਰੀ ਦਾ ਕਰਕੇ ਸਿੱਖ ਫੌਜਾਂ ਹਾਰੀਆਂ, ਜਿਹਦੇ ਬਾਰੇ ਮੁਹੰਮਦ ਸ਼ਾਹ ਲਿਖਦਾ ਹੈ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ। ਕਿਉਂਕਿ ਇਹਨਾਂ ਏਦਾਂ ਉਹ ਕਹਿੰਦਾ ਕਿ ਇੰਨੇ ਹਾਲਾਤ ਉਸ ਸਮੇਂ ਹੋ ਗਏ ਕਿ ਆਪ ਜੀ ਨੇ ਕੱਲ ਸਰਵਣ ਕੀਤਾ ਸੀ ਕਿ ਰਾਤ ਇਹ ਜਿਹੜੇ ਅੰਗਰੇਜ਼ ਅਫਸਰ ਉਹ ਲਿਖਦੇ ਆ, ਖੁਦ ਉਹਨਾਂ ਦੀਆਂ ਲਿਖਤਾਂ ਮਿਲਦੀਆਂ ਜਿਨ੍ਹਾਂ ਦੇ ਵਿੱਚ ਉਹ ਗੱਲਾਂ ਲਿਖਦੇ ਆ ਕਿ ਜੇ ਅਸੀਂ ਅੱਜ ਰਾਤ ਤੋਂ ਬਾਅਦ ਦਿਨ ਜਿਹੜਾ ਚੜ੍ਹੇਗਾ, ਉਸ ਦਿਨ ਜਿਹੜਾ ਸਾਡੇ ਵਾਸਤੇ ਆਖਰੀ ਦਿਨ ਹੋਵੇਗਾ, ਇਸ ਕਰਕੇ ਅੱਜ ਦੀ ਰਾਤ ਹੀ ਅਸੀਂ ਇੱਥੋਂ ਛੱਡ ਕੇ ਮੈਦਾਨ ਭੱਜ ਜਾਈਏ। ਸਾਰਿਆਂ ਨੇ ਇਹ ਗੱਲ ਪੱਕੀ ਮਨਾ ਲਈ, ਪਰ ਜਦੋਂ ਲਾਲ ਸਿੰਘ ਨੇ ਇੱਕ ਚਿੱਠੀ ਭੇਜੀ ਆ ਜਿਹਦੇ ਵਿੱਚ ਲਿਖਿਆ ਕਿ ਕੋਈ ਗੱਲ ਨਹੀਂ, ਸਵੇਰ ਚੜ੍ਹੇਗੀ ਤੇ ਅਸੀਂ ਮੈਦਾਨ ਛੱਡ ਜਾਵਾਂਗਾ, ਉਹੀ ਗੱਲ ਹੋਈ। ਜਦੋਂ ਸਵੇਰ ਚੜ੍ਹੀ ਹੈ ਤੇ ਇਹ ਮੈਦਾਨੇ ਜੰਗ ਦੇ ਵਿੱਚ ਅੰਗਰੇਜ਼ ਤੇ ਉੱਧਰੋਂ ਖਾਲਸਾ ਫੌਜ ਡਟ ਗਏ ਨੇ। ਲਾਲ ਸਿੰਘ ਦੇ ਨਾਲ ਦੇ ਸਾਰੇ ਸਿਪਾਹੀ ਉਹ ਵੀ ਭੱਜ ਗਏ ਤੇ ਫਿਰ ਜਿਹੜਾ ਇਹਨੇ ਆਪ ਸੀ ਲਾਲ ਸਿੰਘ, ਇਹ ਵੀ ਮੈਦਾਨ ਛੱਡ ਕੇ ਭੱਜ ਗਿਆ। ਫਿਰ ਉਸ ਤੋਂ ਬਾਅਦ ਖਾਲਸਾ ਫੌਜ ਡਟੀ ਰਹੀ ਤੇ ਫਿਰ ਨੇੜੇ ਹੀ ਜਿਹੜਾ ਤੇਜ ਸਿੰਘ ਆਪਣੀ ਫੌਜ ਲੈ ਕੇ ਖੜਾ ਸੀ, ਜਿਹੜਾ ਸਾਰੀ ਰਾਤ ਕਹਿੰਦਾ ਰਿਹਾ ਆਪਾਂ ਹਮਲਾ ਨਹੀਂ ਕਰਨਾ ਕਿਉਂਕਿ ਸਾਡੇ ਤੇ ਵੀ ਫੌਜ ਹਮਲਾ ਕਰ ਸਕਦੀ ਹੈ, ਜਾਣ ਬੁੱਝ ਕੇ ਅੱਗੇ ਨਹੀਂ ਸੀ ਆਉਂਦਾ। ਪਰ ਸਿੱਖ ਸਰਦਾਰਾਂ ਦੇ ਕਹਿਣ ਦੇ ਉੱਤੇ ਤੇ ਫੌਜ ਦੇ ਕਹਿਣ ਦੇ ਉੱਤੇ ਧੱਕੇ ਦੇ ਨਾਲ ਫੌਜ ਨੂੰ ਮੈਦਾਨੇ ਜੰਗ 'ਚ ਲੈ ਕੇ ਆਈ। ਪਰ ਇਹ ਜਾਣ ਕੇ ਲੜਦਾ ਰਿਹਾ, ਝੂਠਾ ਹੀ ਲੜਦਾ ਰਿਹਾ, ਕਿਸੇ ਪ੍ਰਕਾਰ ਦਾ ਕੋਈ ਇਹਦੇ ਅੰਦਰ ਜਜ਼ਬਾ ਨਹੀਂ ਸੀ ਫੌਜ ਦੇ ਪ੍ਰਤੀ। ਇਹ ਜਿਵੇਂ ਸਿੱਖ ਫੌਜਾਂ ਨੂੰ ਮਰਾਉਣ ਦੇ ਵਾਸਤੇ ਦੋਵੇਂ ਲੜੇ ਹੋਣ। ਇਹ ਗੱਲਾਂ ਅੰਗਰੇਜ਼ਾਂ ਦੀਆਂ ਲਿਖਤਾਂ ਦੇ ਵਿੱਚ ਮਿਲਦੀਆਂ ਕਿ ਇਹ ਸਾਰੇ ਜਿਹੜੇ ਅਫਸਰ ਸਨ, ਜਿਹੜੇ ਵਜ਼ੀਰ ਸਨ, ਤੇਜਾ ਸਿੰਘ, ਲਾਲ ਸਿੰਘ ਵਰਗੇ, ਇਹ ਸਿਰਫ ਫੌਜਾਂ ਨੂੰ ਮਰਾਉਣ ਵਾਸਤੇ ਆਏ ਸਨ, ਨਾ ਕਿ ਇਹ ਜਿੱਤ ਪ੍ਰਾਪਤ ਕਰਨ ਵਾਸਤੇ। ਫੌਜਾਂ ਨੂੰ ਬਰਬਾਦ ਕਰਨ ਵਾਸਤੇ ਆਏ ਸਨ। ਕਨਿੰਗਮ ਵੀ ਲਿਖਦਾ, ਮੈਕਗ੍ਰੇਗਰ ਵੀ ਲਿਖਦਾ ਤੇ ਹੋਰ ਜਿੰਨੇ ਵੀ ਅੰਗਰੇਜ਼ੀ ਅਫਸਰ ਇਹ ਗੱਲ ਲਿਖਦੇ ਆ। ਫਿਰ ਸਾਧ ਸੰਗਤ ਇੱਥੋਂ ਅਗਲਾ ਇਤਿਹਾਸ ਕਿਵੇਂ ਚੱਲਦਾ ਹੈ, ਇਹ ਆਪਾਂ ਅੱਜ ਦੀ ਇਸ ਕਲਾਸ ਦੇ ਵਿੱਚ ਵਿਚਾਰਨਾ ਹੈ। ਸੋ ਸ਼ਾਹ ਮੁਹੰਮਦ ਇਹ ਵੀ ਲਿਖਦਾ, ਕਹਿੰਦਾ ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਕਹਿੰਦਾ ਇੰਨਾ ਜਿਹੜਾ ਇਹਨਾਂ ਦਾ ਹਾਲ ਕਰ ਦਿੱਤਾ ਸੀ ਅੰਗਰੇਜ਼ਾਂ ਦਾ ਕਿ ਇਹ ਗੋਰਿਆਂ ਦੇ ਪੁੱਤ ਜਿਹੜੇ ਸਨ ਆਪਣੀ ਧਰਤੀ ਤੋਂ ਇੰਨੀ ਦੂਰ ਲੜਨ ਵਾਸਤੇ ਆਏ। ਇਹਨਾਂ ਨੂੰ ਨਹੀਂ ਸੀ ਪਤਾ ਕਿ ਹਿੰਦੁਸਤਾਨ ਦੇ ਵਿੱਚ ਕੋਈ ਐਸੀ ਵੀ ਕੌਮ ਹੈਗੀ ਆ ਜਿਹੜੀ ਇਹਨਾਂ ਦੇ ਬਰਾਬਰ ਦਾ ਟਾਕਰਾ ਕਰਨ ਵਾਲੀ ਤੇ ਇੱਕ ਚੰਗੀ ਤੇ ਨਿਯਮਾਂ ਦੇ ਵਿੱਚ ਲੜਨ ਵਾਲੀ ਫੌਜ ਵੀ ਹੈਗੀ ਆ। ਇਹ ਇਹਨਾਂ ਪਹਿਲੀ ਵਾਰੀ ਦੇਖਿਆ ਸੀ ਕਿ ਇੰਨੀ ਰਣਨੀਤੀ ਕਮਾਲ ਦੀ। ਤੇ ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਜਾਂ ਹਰੀ ਸਿੰਘ ਨਲੂਆ ਜਾਂ ਅਕਾਲੀ ਫੂਲਾ ਸਿੰਘ ਵਰਗਾ ਲੀਡਰ ਕਿਤੇ ਉਸ ਸਮੇਂ ਕੌਮ ਨੂੰ ਮਿਲ ਜਾਂਦਾ ਤੇ ਹੋ ਸਕਦਾ ਸੀ ਕਿ ਇਸ ਮੈਦਾਨੇ ਜੰਗ ਦੇ ਵਿੱਚ ਸਿੱਖ ਜਿੱਤ ਪ੍ਰਾਪਤ ਕਰ ਲੈਂਦੇ, ਕਿਉਂਕਿ ਰਾਤ ਇਹਨਾਂ ਨੇ ਅੰਗਰੇਜ਼ਾਂ ਨੂੰ ਮਰਨ ਵਾਲੀ ਹਾਲਤ ਤੇ ਛੱਡ ਦਿੱਤਾ। ਉਹ ਵੱਡੇ ਵੱਡੇ ਅਫਸਰ ਜਿਹੜੇ ਕਹਿੰਦੇ ਸਨ ਕਿ ਜਿਹੜੇ ਕਿਸੇ ਨੂੰ ਲਾਗੇ ਨਹੀਂ ਸੀ ਲੱਗਣ ਦਿੰਦੇ, ਉਹ ਵੀ ਰਾਤ ਕਹਿੰਦੇ ਸਨ ਕਿ ਹਮ ਕਿਆ ਕਰੇ, ਹਮ ਤੋਂ ਆਪ ਮਰਨੇ ਪਰ ਆ ਗਏ, ਹਮਾਰੀ ਤੋਂ ਆਪ ਹਾਲਤ ਇਤਨੀ ਮਾੜੀ, ਇਸ ਤਰ੍ਹਾਂ ਗੱਲਾਂ ਕਰਦੇ ਸੀ। ਕਹਿਣ ਤੋਂ ਭਾਵ ਕਿ ਸਿੱਖਾਂ ਨੇ ਐਸੀ ਹਾਲਾਤ ਇਹਨਾਂ ਦੇ ਕਰ ਦਿੱਤੀ। ਸੋ ਇਹ ਲੜਾਈ ਖਤਮ ਹੋਈ ਹੈ ਫੇਰੂ ਸ਼ਹਿਰ ਦੀ। ਤੇਜਾ ਸਿੰਘ ਭੱਜ ਗਿਆ, ਲਾਲ ਸਿੰਘ ਵੀ ਭੱਜ ਗਿਆ ਤੇ ਮੈਦਾਨੇ ਜੰਗ ਦੇ ਵਿੱਚ ਸਿੱਖ ਫੌਜਾਂ ਜਿਹੜੀਆਂ ਸਨ ਉਹਨਾਂ ਦਾ ਹੌਸਲਾ ਟੁੱਟ ਗਿਆ, ਵੀ ਪਿੱਛੇ ਨੂੰ ਮੁੜ ਗਏ। ਇੱਥੋਂ ਜਿਹੜੀ ਹਰੀ ਸਮਿੱਥ ਦੀ ਸੈਨਾ ਸੀ
ਉਹ ਵੀ ਅੱਗੇ ਵਧਣ ਲੱਗ ਪਈ ਹੈ। ਲਿਟਲ ਦੀ ਸੈਨਾ ਜਿਹੜੀ ਸੀ ਉਹ ਪਰੇ ਨੂੰ ਮੁੜ ਗਈ ਹੈ ਫਿਰੋਜ਼ਪੁਰ ਵੱਲ ਨੂੰ, ਉਹਨੂੰ ਬੁਲਾਇਆ ਗਿਆ ਵਾਪਸ। ਫਿਰ ਇਹ ਸਾਰੀ ਸੈਨਾ ਨੇ ਇੱਕਦਮ ਹਮਲਾ ਕੀਤਾ ਤੇ ਫੇਰੂ ਸ਼ਹਿਰ ਤੇ ਕਬਜ਼ਾ ਕਰ ਲਿਆ, ਸਾਰਾ ਕੁਝ ਸਿੱਖਾਂ ਦਾ ਸਮਾਨ ਇਹਨਾਂ ਲੁੱਟ ਲਿਆ। ਫਿਰ ਇਤੋਂ ਹਰੀ ਸਮਿੱਥ ਜਿਹੜਾ ਸੀ 17 ਜਨਵਰੀ ਨੂੰ ਤੁਰ ਕੇ ਆਪਣੀ ਫੌਜ ਲੈ ਕੇ ਲੁਧਿਆਣੇ ਵੱਲ ਨੂੰ ਤੁਰ ਪਿਆ ਤੇ ਜਾਂਦਿਆਂ ਇਹਨੇ ਬਿਨਾਂ ਕੋਈ ਗੋਲੀ ਦਾਗਣ ਤੋਂ ਧਰਮਕੋਟ ਦੇ ਉੱਤੇ ਕਬਜ਼ਾ ਕਰ ਲਿਆ ਤੇ 20 ਜਨਵਰੀ ਨੂੰ ਇਹਨੇ ਜਗਰਾਓਂ ਦਾ ਕਿਲਾ ਵੀ ਜਾ ਮੰਨ ਲਿਆ। ਹਰੀ ਸਮਿੱਥ ਜਿਹੜਾ ਹੈ ਇਹ ਅੰਗਰੇਜ਼ਾਂ ਦਾ ਇੱਕ ਅਫਸਰ ਹੈ ਜਿਹਦੇ ਅਧੀਨ ਕਾਫੀ ਫੌਜ ਸੀ। ਤਿੰਨ ਤਰ੍ਹਾਂ ਦੀਆਂ ਤਿੰਨ ਟੁਕੜੀਆਂ ਸਨ ਇਹਨਾਂ ਦੇ ਕੋਲ। ਇੱਕ ਲਿਟਲ ਦੀ ਫੌਜ ਸੀ, ਲਿਟਲ ਇਹਨਾਂ ਦਾ ਇੱਕ ਆਪਾਂ ਕਹਿ ਸਕਦੇ ਕਿ ਉਸ ਸਮੇਂ ਦਾ ਕਮਾਂਡਰ ਸੀ। ਇੱਕ ਇਹ ਸੀ ਹਰੀ ਸਮਿੱਥ ਤੇ ਇੱਕ ਹੋਰ ਸੀ ਸਾਧ ਸੰਗਤ ਜਿਹੜਾ ਇਸ ਮੈਦਾਨੇ ਜੰਗ ਚ ਮਾਰਿਆ ਗਿਆ ਸੀ। ਉਹ ਇਸ ਕਮਾਂਡਰ ਦੀ ਫੌਜ ਜਿਹੜੀ ਸੀ ਉਹ ਇਹਦੇ ਵਿੱਚ ਮਾਰੀ ਗਈ ਸੀ। ਸੋ ਇਹ ਦੋ ਰਹਿ ਗਏ ਸੀ। ਲਿਟਲ ਜਿਹੜਾ ਸੀ ਵਾਪਸ ਮੁੜ ਗਿਆ ਫਿਰੋਜ਼ਪੁਰ ਵੱਲ ਨੂੰ, ਉਹਨੂੰ ਵੀ ਬੁਲਾ ਲਿਆ ਗਿਆ ਸੀ ਜਦੋਂ ਜਿੱਤ ਪ੍ਰਾਪਤ ਹੋ ਗਈ ਹੈ। ਹੁਣ ਹਰੀ ਸਮਿੱਥ ਜਿਹੜਾ ਸੀ ਇਹ ਜਗਰਾਓਂ ਪਹੁੰਚ ਗਿਆ, ਜਗਰਾਓਂ ਇਹਨੇ ਮੰਨ ਲਿਆ। ਤੇ ਜਦੋਂ ਫੇਰੂ ਸ਼ਹਿਰ ਦੀ ਲੜਾਈ ਹੋ ਰਹੀ ਸੀ ਤੇ ਆਪ ਜੀ ਨੇ ਪਿਛਲੇ ਦਿਨਾਂ ਚ ਸਰਵਣ ਕੀਤਾ ਕਿ ਦੋ ਟੁਕੜੀਆਂ ਸਿੱਖਾਂ ਦੀਆਂ ਹੋ ਗਈਆਂ ਸਨ ਜਦੋਂ ਇਹਨਾਂ ਨੇ ਸਤਲੁਜ ਪਾਰ ਕੀਤਾ। ਇੱਕ ਟੁਕੜੀ ਜਿਹੜੀ ਸੀ ਉਹ ਲਾਲ ਸਿੰਘ ਦੇ ਅਧੀਨ ਜਿਹੜੀ ਸੀ ਸਿੱਖ ਫੌਜ ਦੀ, ਤੇ ਨਾਲ ਉਹਦੇ ਆਪਣੇ ਡੋਗਰਿਆਂ ਤੇ ਮੁਸਲਮਾਨਾਂ ਦੀ, ਉਹ ਫਿਰੋਜ਼ਪੁਰ ਵੱਲ ਨੂੰ ਚੱਲ ਪਈ ਸੀ। ਤੇ ਇੱਕ ਟੁਕੜੀ ਸਿੱਖ ਫੌਜ ਦੀ ਜਿਹੜੀ ਸੀ ਉਹ ਸਰਦਾਰ ਰਣਜੋਰ ਸਿੰਘ ਦੇ ਨਾਲ ਲੁਧਿਆਣੇ ਵੱਲ ਨੂੰ ਚੱਲ ਪਈ ਸੀ। ਹੁਣ ਲੁਧਿਆਣੇ ਵਾਲੀ ਟੁਕੜੀ ਦਾ ਕੀ ਬਣਿਆ ਉਹਦੇ ਆਪਾਂ ਹਾਲਾਤ ਜਿਹੜੇ ਆ ਉਹ ਆਪ ਜੀ ਸਰਵਣ ਕਰੋਗੇ। ਹੁਣ ਲਾਲ ਸਿੰਘ ਤੇਜਾ ਸਿੰਘ ਇੱਧਰੋਂ ਭੱਜ ਗਏ ਆ। ਦੂਸਰੇ ਪਾਸੇ ਸਰਦਾਰ ਰਣਜੋਰ ਸਿੰਘ ਦੇ ਅਧੀਨ ਜਿਹੜੀ ਫੌਜ ਸੀ ਉਹ ਫਲੌਰ ਦੇ ਕਿਲੇ ਚ ਪਹੁੰਚ ਗਈ ਤੇ ਉਹ ਛਣੇ ਸਿਪਾਹੀਆਂ ਦੇ 10,000 ਜਾਣੇ ਸਨ ਟੋਟਲ। ਤੇ ਲੁਧਿਆਣੇ ਦੇ ਲਹਿੰਦੇ ਪਾਸੇ ਉਹਨਾਂ ਨੇ ਜਾ ਕੇ ਹਮਲਾ ਕੀਤਾ। ਕਈ ਫੌਜੀ ਬਾਰਕਾਂ ਜਿਹੜੀਆਂ ਸਨ ਛਾਉਣੀ ਦੀਆਂ ਉਹ ਸਾੜ ਦਿੱਤੀਆਂ ਅੰਗਰੇਜ਼ਾਂ ਦੀਆਂ। ਉਸ ਵੇਲੇ ਅਜੀਤ ਸਿੰਘ ਲਾਡਵਾ ਵੀ ਇਹਦੇ ਨਾਲ ਸੀ ਰਣਜੋਰ ਸਿੰਘ ਦੇ। ਅੰਗਰੇਜ਼ੀ ਸਿਪਾਹੀਆਂ ਨੇ ਕੁਛ ਨਹੀਂ ਕਿਹਾ, ਅੱਗੇ ਕੋਈ ਹੱਥ ਨਹੀਂ ਹਿਲਾਇਆ। ਜੋ ਥੋੜੇ ਸਨ ਲੁਧਿਆਣੇ ਦੇ ਵਿੱਚ, ਕਿਉਂਕਿ ਸਿੱਖਾਂ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਸੀ, ਥੋੜੇ ਸਨ। ਪਰ ਪਤਾ ਨਹੀਂ ਕਿਉਂ ਇਹ ਜਿਹੜਾ ਰਣਜੋਰ ਸਿੰਘ ਜੀ ਬਿਨਾਂ ਕਿਸੇ ਕਾਰਨ ਦੇ ਲੁਧਿਆਣੇ ਨੂੰ ਛੱਡ ਕੇ ਬੱਦੋਵਾਲ ਆਣ ਕੇ ਬੈਠ ਗਿਆ, ਬੱਦੋਵਾਲ ਪਿੰਡ ਆਣ ਕੇ ਬੈਠ ਗਿਆ। ਤੇ 20 ਜਨਵਰੀ ਦੀ ਅੱਧੀ ਰਾਤ ਨੂੰ ਹਰੀ ਸਮਿੱਥ ਜਿਹੜਾ ਸੀ ਉਹ ਇੱਧਰੋਂ ਜਾਂਦਾ ਸੀ, ਉਹ ਜਗਰਾਓਂ ਪਹੁੰਚਿਆ ਤੇ ਜਗਰਾਓਂ ਤੋਂ ਉਹਨੇ ਅੱਗੇ ਕੂਚ ਕੀਤਾ ਤੇ ਸਵੇਰੇ 21 ਤਰੀਕ ਨੂੰ ਜਦੋਂ ਬੱਦੋਵਾਲ ਪੁੱਜਾ ਤੇ ਉਹਨੂੰ ਪਤਾ ਲੱਗਾ ਕਿ ਰਣਜੋਰ ਸਿੰਘ ਜਿਹੜਾ ਉਹ ਵੀ ਰਾਹ 'ਚ ਹੀ ਬੈਠਾ ਬੱਦੋਵਾਲ। ਜਗਰਾਓਂ ਤੇ ਲੁਧਿਆਣੇ ਦੇ ਵਿਚਕਾਰ ਬੱਦੋਵਾਲ। ਇੱਥੇ ਫਿਰ ਹਰੀ ਸਮਿੱਥ ਲੜਨਾ ਨਹੀਂ ਸੀ ਚਾਹੁੰਦਾ ਰਣਜੋਰ ਸਿੰਘ ਦੇ ਨਾਲ ਤੇ ਉਹ ਇਸ ਕਰਕੇ ਦੱਖਣ ਵਾਲੇ ਪਾਸਿਓਂ ਚੱਕਰ ਕੱਟ ਕੇ ਉੱਤੋਂ ਦੀ ਘੁੰਮ ਕੇ ਲੁਧਿਆਣੇ ਵੱਲ ਨੂੰ ਜਾਣਾ ਚਾਹੁੰਦਾ ਸੀ। ਪਰ ਸਿੱਖਾਂ ਨੇ ਅੱਗੇ ਵੱਧ ਕੇ ਉੱਤੇ ਹਮਲਾ ਕਰ ਦਿੱਤਾ। ਫਿਰ ਉਹਨੂੰ ਮਰਦੇ ਨੂੰ ਅੱਗੇ ਟਾਕਰਾ ਕਰਨਾ ਪਿਆ। ਹੁਣ ਸਾਰੀ ਫੌਜ ਥੱਕੀ ਹੋਈ ਸੀ ਹਰੀ ਸਮਿੱਥ ਦੀ, ਸਾਰੀ ਫੌਜ ਥੱਕੀ ਹੋਣ ਦੇ ਕਰਕੇ ਹਰੀ ਸਮਿੱਥ ਜਿਹੜਾ ਸੀ ਉਹ ਲੜਨਾ ਚਾਹੁੰਦਾ ਸੀ। ਸੋ ਦੱਖਣ ਦੇ ਚੱਕਰ ਕੱਟ ਕੇ ਅਗਲੇ ਪਾਸੇ ਜਦੋਂ ਗਿਆ ਆ ਤੇ ਇਹ ਸਾਰੀ ਫੌਜ ਜਿਹੜੀ ਸੀ ਥੱਕੀ ਹੋਈ ਸੀ ਅੰਗਰੇਜ਼ਾਂ ਦੀ, ਤੇ ਲੜਾਈ ਜਿਹੜੀ ਉਸ ਸਮੇਂ ਹੋ ਗਈ। ਤੇ ਅੰਗਰੇਜ਼ਾਂ ਦੇ ਉਸ ਸਮੇਂ ਕਹਿੰਦੇ ਆ ਕਿ 59 ਆਦਮੀ ਇਹਨਾਂ ਦੇ ਮਾਰੇ ਗਏ ਤੇ 64 ਫੱਟੜ ਹੋ ਗਏ ਤੇ 77 ਦੇ ਕਰੀਬ ਇਹਨਾਂ ਦੇ ਸਿਪਾਹੀ ਜਿਹੜੇ ਉਹ ਗੁੰਮ ਹੋ ਗਏ। ਕੁਝ ਸਿਪਾਹੀ ਸਿੱਖਾਂ ਨੇ ਕੈਦੀ ਬਣਾ ਲਏ ਜਿਨ੍ਹਾਂ ਨੂੰ ਬਾਅਦ ਚ ਲਾਹੌਰ ਭੇਜ ਦਿੱਤਾ। ਇਸੇ ਵੇਲੇ ਅੰਗਰੇਜ਼ ਜਿਹੜੇ ਸਨ ਬੜੇ ਘਬਰਾਏ ਹੋਏ ਸੀ। ਬਹੁਤੇ ਅਫਸਰ ਜਿੱਤ ਦੀ ਆਸ ਲਾ ਬੈਠੇ ਸਨ, ਉਹਨਾਂ ਨੂੰ ਪਤਾ ਸੀ ਹੁਣ ਅਸੀਂ ਹਾਰ ਜਾਣਾ। ਤੇ ਗਵਰਨਰ ਜਨਰਲ ਦੀ ਘਬਰਾਹਟ ਦਾ ਅਨੁਮਾਨ ਉਹਦੇ ਇਸ ਐਲਾਨ ਤੋਂ ਲੱਗ ਜਾਂਦਾ ਕਿ ਜਿਹਦੇ ਵਿੱਚ ਸਿੱਖ ਸਿਪਾਹੀਆਂ ਨੂੰ ਫੌਜ ਛੱਡਣ ਉੱਤੇ ਇਨਾਮ ਤੇ ਪੈਨਸ਼ਨ ਦਾ ਕਰਾਰ ਵੀ ਉਹਨਾਂ ਨੇ ਕੀਤਾ ਕਿ ਜਿਹੜਾ ਫੌਜ ਛੱਡ ਕੇ ਸਿੱਖਾਂ ਦੀ ਅੰਗਰੇਜ਼ਾਂ ਦੇ ਵਿੱਚ ਆਣ ਕੇ ਰਲ ਜਾਵੇਗਾ, ਸਹਾਇਤਾ ਕਰੇਗਾ, ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਤੇ ਉਹਨਾਂ ਦੀ ਪੈਨਸ਼ਨ ਜਿਹੜੀ ਉਹ ਬਰਕਰਾਰ ਕਰ ਦਿੱਤੀ ਜਾਵੇਗੀ। ਇਸੇ ਪ੍ਰਕਾਰ ਸਿੱਖਾਂ ਦੇ ਵਿੱਚ ਇੱਕ ਪੋਰਟਰ ਨਾਮ ਦਾ ਅੰਗਰੇਜ਼ ਸੀ ਜਿਹੜਾ ਬੰਗਾਲ ਦੇ ਵਿੱਚ ਤੋਪਖਾਨੇ ਦੇ ਵਿੱਚ ਕੰਮ ਕਰਦਾ ਸੀ। ਉੱਥੋਂ ਉਹਨੂੰ ਕੱਢ ਦਿੱਤਾ ਗਿਆ ਸੀ ਤੇ ਉਹਨੇ ਆਪਣਾ ਨਾਮ ਰੱਖ ਲਿਆ ਬਰਾਊਨ ਤੇ ਉਹ ਸਿੱਖ ਫੌਜ ਦੇ ਵਿੱਚ ਆਣ ਕੇ ਕਿਤੇ ਭਰਤੀ ਹੋ ਗਿਆ। ਤੇ ਇੱਥੇ ਵੀ ਉਹ ਤੋਪਚੀ ਸੀ ਤੇ ਤੋਪ ਦਾ ਕੰਮ ਸੰਭਾਲਦਾ ਸੀ। ਉਹ ਵੀ ਰਣਜੋਰ ਸਿੰਘ ਦੀ ਫੌਜ ਦੇ ਵਿੱਚ ਸੀ। ਤੇ ਉਹ ਲੁਧਿਆਣੇ ਜਦੋਂ ਅੰਗਰੇਜ਼ੀ ਫੌਜ ਦੇ ਵਿੱਚ ਲੜਾਈ ਹੋ ਪਈ, ਜਦੋਂ ਉਹਨੇ ਐਲਾਨ ਕਰ ਦਿੱਤਾ ਬਰਾਊਨ ਨੇ, ਗਵਰਨਰ ਜਨਰਲ ਜਦੋਂ ਐਲਾਨ ਕੀਤਾ ਤੇ ਇਹ ਜਿਹੜਾ ਸੀ ਬਰਾਊਨ ਜਿਹਨੇ ਨਾਮ ਰੱਖਿਆ ਸੀ ਪੋਰਟਰ, ਇਹ ਵੀ ਵਾਪਸ ਆਣ ਕੇ ਇਹਨਾਂ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਰਲ ਪਿਆ ਕਿ ਆਪਣੀ ਕੌਮ ਦੀ ਥੋੜੀ ਸੇਵਾ ਕਰ ਸਕਾਂ।
ਪਰ ਅੱਗੇ ਉਹਨੂੰ ਹੁਕਮ ਹੋਇਆ ਗਵਰਨਰ ਦਾ ਕਿ ਤੂੰ ਵਾਪਸ ਸਿੱਖ ਫੌਜ ਦੇ ਵਿੱਚ ਚਲਾ ਜਾ ਤੇ ਉੱਥੇ ਜਾ ਕੇ ਅੰਗਰੇਜ਼ਾਂ ਦੀ ਸਹਾਇਤਾ ਕਰ, ਭਾਵ ਸਾਡੇ ਨਾਲ ਉਹਨਾਂ ਦੇ ਨਾਲ ਗਦਾਰੀ ਕਰ, ਸਾਨੂੰ ਉਹਨਾਂ ਦੀ ਸੂਹ ਦੇ। ਫਿਰ ਅਲੀਵਾਲ ਦੀ ਲੜਾਈ ਜਦੋਂ ਹੋਈ ਆ, ਉਹਨੇ ਆਪਣੀਆਂ ਚਾਰੇ ਤੋਪਾਂ ਉੱਪਰ ਨੂੰ ਮੂੰਹ ਕਰਕੇ ਬੀੜੀਆਂ, ਜਿਨ੍ਹਾਂ ਦੇ ਗੋਲੇ ਅੰਗਰੇਜ਼ਾਂ ਦੇ ਉੱਤੋਂ ਦੀ ਲੰਘ ਕੇ ਦੂਰ ਜਾ ਪੈਂਦੇ ਸੀ। ਅੰਤ ਤੇ ਚੋਹੇ ਤੋਪਾਂ ਸਣੇ ਜਾਣ ਬੁੱਝ ਕੇ ਗ੍ਰਿਫਤਾਰ ਹੋ ਗਿਆ ਤੇ ਅਕਬਰ ਵਾਲੇ ਜਿਹੜੇ ਫਤਿਹਗੜ੍ਹ ਸਭਰਾ ਦੇ ਕੋਲ ਆ, ਉਹਦੇ ਲਾਗੇ ਅੰਗਰੇਜ਼ੀ ਕੈਂਪ ਦੇ ਵਿੱਚ ਇਹਨੂੰ ਲਿਆਂਦਾ ਗਿਆ। ਇੱਕ ਹੋਰ ਅੰਗਰੇਜ਼ ਸੀ ਜਿਹਨੇ ਆਪਣਾ ਨਾਮ ਬਦਲਿਆ ਸੀ, ਨਾਮ ਰੱਖਿਆ ਸੀ ਸੁਲਤਾਨ ਮੁਹੰਮਦ ਤੇ ਅਸਲੀ ਨਾਮ ਇਹਦਾ ਸੀ ਲੇਡੀ। ਤੇ ਹੋਰ ਇਹਨੇ ਹੋਰ ਵੀ ਕਈ ਸਨ, ਉਹ ਸਿੱਖ ਫੌਜ ਦੇ ਵਿੱਚ ਭਰਤੀ ਹੋਏ। ਉਹਨਾਂ ਸਾਰਿਆਂ ਨੇ ਸਿੱਖਾਂ ਦੇ ਨਾਲ ਵਿਸਾਖਘਾਤ ਕੀਤਾ, ਭਾਵ ਜਿਹੜੇ ਅੰਗਰੇਜ਼ ਸਨ ਸਿੱਖ ਫੌਜ ਦੇ ਵਿੱਚ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਆ ਕੇ ਸਿੱਖ ਫੌਜ ਦੇ ਵਿੱਚ ਭਰਤੀ ਹੁੰਦੇ ਸਨ ਅੰਗਰੇਜ਼, ਉਹਨਾਂ ਨੇ ਸਾਰਿਆਂ ਨੇ ਜਿਹੜਾ ਸੀ ਆਣ ਕੇ ਇੱਥੇ ਆਣ ਕੇ ਸਿੱਖਾਂ ਦੇ ਨਾਲ ਜਿਹੜਾ ਸੀ ਵਿਸਾਖਘਾਤ ਕੀਤਾ, ਅੰਗਰੇਜ਼ਾਂ ਦਾ ਸਾਥ ਦਿੱਤਾ, ਕਿਉਂਕਿ ਉਹ ਆਪਣੀ ਕੌਮ ਦੇ ਨਾਲ ਹੀ ਲੜਨਗੇ, ਇਸ ਕਰਕੇ ਉਹਨਾਂ ਨੇ ਵਿਸਾਖਘਾਤ ਕੀਤਾ। ਫਿਰ ਬੱਦੋਵਾਲ ਦੀ ਲੜਾਈ ਦੇ ਵਿੱਚ ਅੰਗਰੇਜ਼ ਬੁਰੀ ਤਰ੍ਹਾਂ ਹਾਰੇ ਸਨ। ਇਸ ਕਰਕੇ ਹਰੀ ਸਮਿੱਥ ਦੀ ਬੜੀ ਬਦਨਾਮੀ ਹੋ ਰਹੀ ਸੀ। ਹਰੀ ਸਮਿੱਥ ਹਾਰਡਿੰਗ ਦਾ ਬੜਾ ਪੁਰਾਣਾ ਮਿੱਤਰ ਸੀ। ਉਹ ਕਿਸੇ ਬਹਾਨੇ ਆਪਣੇ ਦੋਸਤ ਦੀ ਬਦਨਾਮੀ ਦਾ ਦਾਗ ਧੋਣਾ ਚਾਹੁੰਦਾ। ਉਹਨੂੰ ਲੱਗਾ ਕਿ ਮੇਰੇ ਮਿੱਤਰ ਦੀ ਬਦਨਾਮੀ ਹੋਈ ਆ ਇਸ ਲੜਾਈ ਦੇ ਵਿੱਚ, ਉਹ ਧੋਣਾ ਚਾਹੁੰਦਾ ਸੀ ਉਹਦਾ ਦਾਗ। ਹਰੀ ਸਮਿੱਥ 28 ਜਨਵਰੀ ਨੂੰ ਛੱਜਰ ਸ਼ਾਹ ਨਵੀਂ ਫੌਜ ਲੈ ਕੇ ਲੁਧਿਆਣੇ ਤੋਂ ਵਾਪਸ ਮੁੜ ਰਿਹਾ ਸੀ ਤੇ ਅਲੀਵਾਲ ਦੇ ਕੋਲ ਉਹਨੂੰ ਸਿੱਖਾਂ ਦੇ ਇੱਕ ਦਸਤਾ ਨਜ਼ਰੀ ਪੈ ਗਿਆ। ਸ਼ਾਹ ਦੇ ਰਣਜੋਤ ਸਿੰਘ ਦੀ ਫੌਜ ਦਾ ਕੋਈ ਦਸਤਾ ਸੀ ਜੋ ਸਭਰਾਵਾਂ ਵੱਲੇ ਹਟ ਰਿਹਾ ਸੀ, ਸਭਰਾਵਾਂ ਵੱਲ ਨੂੰ ਜਾ ਰਿਹਾ ਸੀ, ਕਿਉਂਕਿ ਸਿੱਖ ਸਭ ਤੋਂ ਪਹਿਲਾਂ ਸਭਰਾਈਆਂ ਆ ਕੇ ਰੁਕੇ ਸਨ। ਹਰੀ ਸਮਿੱਥ ਨੇ ਉਹਨਾਂ ਦੀ ਗਿਣਤੀ ਦੇ ਸਿੱਖ ਸਨ, ਉਹਨਾਂ ਦੇ ਉੱਤੇ ਜਾ ਕੇ ਫੌਜ ਦਾ ਧਾਵਾ ਬੋਲ ਦਿੱਤਾ। ਸਿੱਖਾਂ ਦੀ ਗਿਣਤੀ ਬਹੁਤ ਥੋੜੀ ਸੀ, ਸੋ ਮਾਮੂਲੀ ਜਿਹੀ ਝੜਪ ਹੋਈ ਤੇ ਉਹ ਦਰਿਆ ਸਤਲੁਜ ਵੱਲ ਨੂੰ ਹਟ ਗਏ। ਇੰਨੀ ਕੁ ਘਟਨਾ ਨੂੰ ਸਰਕਾਰੀ ਰਿਪੋਰਟ ਲਿਖਣ ਵਾਲਿਆਂ ਨੇ ਅਲੀਵਾਲ ਦਾ ਘਮਾਸਾਨ ਯੁੱਧ ਲਿਖਿਆ, ਜਿਹਦੇ ਵਿੱਚ ਦੱਸਿਆ ਗਿਆ ਕਿ ਹਰੀ ਸਮਿੱਥ ਸ਼ਾਨਦਾਰ ਫਤਿਹ ਪ੍ਰਾਪਤ ਕੀਤੀ, ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਸਿੱਖਾਂ ਨੂੰ ਹਰਾ ਦਿੱਤਾ। ਮਤਲਬ ਹਰੀ ਸਿੰਘ ਦਾ ਜਿਹੜਾ ਦਾਗ ਸੀ, ਹਰੀ ਸਿੰਘ ਦਾ ਜਿਹੜਾ ਉਹ ਹਾਰਿਆ ਸੀ ਬੱਦੋਵਾਲ ਦੀ ਜੰਗ ਦੇ ਵਿੱਚ, ਉਹ ਇਸ ਅਲੀਵਾਲ ਦੀ ਛੋਟੀ ਜਿਹੀ ਝੜਪ ਦੇ ਵਿੱਚ ਉਹਨੂੰ ਅਖਬਾਰਾਂ ਦੇ ਵਿੱਚ ਇਹੋ ਜਿਹਾ ਲਿਖਿਆ ਗਿਆ, ਕਿਉਂਕਿ ਅੰਗਰੇਜ਼ਾਂ ਦਾ ਰਾਜ ਸੀ ਤੇ ਉਹ ਇਹਨਾਂ ਦੇ ਆਪਣੇ ਰਾਜ ਦੇ ਵਿੱਚ ਇਹ ਗੱਲ ਫੈਲਾਈ ਗਈ ਕਿ ਹਰੀ ਸਮਿੱਥ ਨੇ ਆਪਣਾ ਜਿਹੜਾ ਆ ਉਹ ਬਦਲਾ ਲੈ ਲਿਆ ਤੇ ਸਿੱਖਾਂ ਨੂੰ ਜਿਹੜਾ ਉਹ ਭਾਜੜ ਪਾ ਦਿੱਤੀ। ਬੜੀ ਵੱਡੀ ਲੜਾਈ ਹੋਈ, ਪਰ ਇੱਕ ਛੋਟੀ ਜਿਹੀ ਝੜਪ ਸੀ। ਸੋ ਇਹਨਾਂ ਦਿਨਾਂ ਦੇ ਵਿੱਚ ਸਿੱਖਾਂ ਨੇ ਇੱਕ ਹੋਰ ਭੁੱਲ ਕੀਤੀ ਸੀ। ਉਹ ਕਿਹੜੀ ਭੁੱਲ ਸੀ? ਸਭ ਤੋਂ ਵੱਡੀ ਕਿ ਉਹਨਾਂ ਨੇ ਰਾਜਾ ਗੁਲਾਬ ਸਿੰਘ, ਜਿਹੜਾ ਧਿਆਨ ਸਿੰਘ ਡੋਗਰੇ ਦਾ ਵੱਡਾ ਭਰਾ ਸੀ, ਹੁਣ ਗੁਲਾਬ ਸਿੰਘ ਨਹੀਂ ਮਰਿਆ, ਆਪ ਜੀ ਨੇ ਪਿਛਲੇ ਦਿਨਾਂ ਸਰਵਣ ਕੀਤਾ, ਧਿਆਨ ਸਿੰਘ ਵੀ ਮਾਰਿਆ ਗਿਆ, ਜਿਹਨੂੰ ਮਾਰ ਦਿੱਤਾ ਸੀ ਸੰਧਾ ਵਾਲੀਏ ਸਰਦਾਰਾਂ ਨੇ, ਤੇ ਸੁਚੇਤ ਸਿੰਘ ਵੀ ਮਾਰਿਆ ਗਿਆ, ਜਿਹੜਾ ਛੋਟਾ ਭਰਾ ਸੀ ਇਹਨਾਂ ਦਾ ਡੋਗਰਿਆਂ ਦਾ, ਧਿਆਨ ਸਿੰਘ ਦਾ ਛੋਟਾ ਭਰਾ ਸੁਚੇਤ ਸਿੰਘ, ਜਿਹਨੂੰ ਹਰੀ ਸਿੰਘ ਨੇ ਮਾਰਿਆ ਸੀ। ਹਰੀ ਸਿੰਘ ਹੀਰਾ ਸਿੰਘ, ਵਾਹਿਗੁਰੂ, ਹੀਰਾ ਸਿੰਘ ਜਿਹੜਾ ਧਿਆਨ ਸਿੰਘ ਦਾ ਪੁੱਤਰ ਸੀ, ਆਪਣੇ ਚਾਚੇ ਨੂੰ ਮਾਰ ਦਿੱਤਾ ਸੀ ਨੇ ਸੁਚੇਤ ਸਿੰਘ ਨੂੰ, ਇਹ ਵੀ ਆਪ ਜੀ ਨੇ ਸਰਵਣ ਕੀਤਾ। ਹੁਣ ਇੱਕ ਡੋਗਰਾ ਰਹਿ ਗਿਆ ਭਰਾ, ਇਹਦਾ ਨਾਮ ਹੈ ਗੁਲਾਬ ਸਿੰਘ। ਇਹ ਧਿਆਨ ਸਿੰਘ ਡੋਗਰੇ ਦਾ ਵੱਡਾ ਭਰਾ, ਜਿਹਨੂੰ ਗੁਲਾਬ ਸਿੰਘ ਕਿਹਾ ਜਾਂਦਾ। ਇਹ ਗੁਲਾਬ ਸਿੰਘ ਉਸ ਸਮੇਂ ਜੰਮੂ ਦੇ ਵਿੱਚ ਸੀ, ਜੰਮੂ ਦੀ ਰਿਆਸਤ ਮਿਲੀ ਸੀ, ਇਹਨੂੰ ਉੱਥੋਂ ਬੁਲਾਇਆ ਗਿਆ ਗੁਲਾਬ ਸਿੰਘ ਨੂੰ। 27 ਜਨਵਰੀ ਨੂੰ 3000 ਡੋਗਰਾ ਫੌਜ ਸਣੇ ਇਹ ਲਾਹੌਰ ਆ ਗਿਆ ਤੇ ਸਿੱਖ ਰਾਜ ਦੇ ਪੁਰਾਣੇ ਦੁਸ਼ਮਣ ਨੂੰ ਪੰਜਾਬ ਦਾ ਵਜ਼ੀਰ ਚੁੱਕ ਬਣਾਇਆ। ਇਹਨੂੰ ਇਹਨਾਂ ਨੇ ਵਜ਼ੀਰ ਬਣਾਤਾ ਸਿੱਖਾਂ ਨੇ। ਕਿੰਨੀ ਮਾੜੀ ਗੱਲ ਸਿੱਖਾਂ ਦੀ, ਜਿਨ੍ਹਾਂ ਨੇ ਵਿਸਾਖਘਾਤ ਕੀਤਾ ਉਹਨਾਂ ਨੂੰ ਫਿਰ ਡੋਗਰੇ ਨੂੰ ਫਿਰ ਇਹਨਾਂ ਨੇ ਵਜ਼ੀਰ ਬਣਾਤਾ, ਉਸੇ ਨੂੰ, ਗੁਲਾਬ ਸਿੰਘ ਨੂੰ। ਉਹਦੀਆਂ ਵੀ ਚਿਰ ਦੀਆਂ ਆਸਾਂ ਨੂੰ ਫਲ ਲੱਗਣ ਦਾ ਸਮਾਂ ਆ ਗਿਆ ਸੀ। ਉਹਨੂੰ ਵੀ, ਉਹ ਵੀ ਚਾਹੁੰਦਾ ਸੀ। ਉਹ ਸਰਦਾਰ ਜਵਾਹਰ ਸਿੰਘ ਦੇ ਸਮੇਂ ਤੋਂ ਅੰਗਰੇਜ਼ਾਂ ਦੇ ਨਾਲ ਚਿੱਠੀ ਪੱਤਰ ਕਰ ਰਿਹਾ ਸੀ। ਉਹਦੀ ਗੱਲਬਾਤ ਪਹਿਲੋਂ ਦੀ ਚੱਲਦੀ ਸੀ, ਜਦੋਂ ਜਵਾਹਰ ਸਿੰਘ ਨੂੰ ਮਾਰਿਆ ਨਾ, ਉਦੋਂ ਪਹਿਲੋਂ ਦੀ। ਜਵਾਹਰ ਸਿੰਘ ਆਪ ਜੀ ਨੂੰ ਪਤਾ ਹੋਏਗਾ, ਮਹਾਰਾਣੀ ਜਿੰਦ ਕੌਰ ਦਾ ਭਰਾ ਤੇ ਮਹਾਰਾਜਾ ਦਲੀਪ ਸਿੰਘ ਦਾ ਮਾਮਾ, ਇਹ ਆਪ ਜੀ ਨੇ ਸਰਵਣ ਕੀਤਾ। ਉਹ ਅੰਗਰੇਜ਼ਾਂ ਨੂੰ ਪਹਾੜੀ ਇਲਾਕੇ ਸੁਤੰਤਰ ਮਹਾਰਾਜਾ ਮੰਨ ਲੈਣ ਕਿ ਜੇ ਮੈਨੂੰ ਅੰਗਰੇਜ਼ ਇੱਧਰਲਾ ਪਹਾੜੀ ਇਲਾਕਿਆਂ ਦਾ, ਜੰਮੂ ਵੱਲ ਦਾ ਸੁਤੰਤਰ ਮਹਾਰਾਜਾ ਮੰਨ ਲੈਣ, ਤੇ ਉਹ ਕਹਿੰਦਾ ਮੈਂ ਅੰਗਰੇਜ਼ਾਂ ਨੂੰ ਪਹਾੜੀ ਇਲਾਕੇ ਨੂੰ ਜਿਹੜਾ ਹੈ ਨਾ ਉਹਦੇ ਵਿੱਚ ਮਦਦ ਕਰਨ ਵਾਸਤੇ ਤਿਆਰ ਹੈ। ਫਿਰ ਨਵੰਬਰ ਦੇ ਸ਼ੁਰੂ ਦੇ ਵਿੱਚ 1845 ਈਸਵੀ ਵਿੱਚ ਉਹਨੇ ਅੰਗਰੇਜ਼ਾਂ ਵੱਲ ਇੱਕ ਆਦਮੀ ਭੇਜਿਆ ਕਿ ਸਿੱਖ ਲੜਾਈ ਉੱਤੇ ਤੁਲੇ ਹੋਏ ਆ, ਮੈਂ ਦਿਲੋਂ ਤੁਹਾਡੇ ਵੱਲ ਆ ਤੇ ਜੇ ਲੋੜ ਪਈ ਤੇ ਤੁਹਾਡੀ ਮਦਦ ਕਰਾਂਗਾ। ਦੱਸੋ, ਕਹਿੰਦੇ ਕਿ ਇਹੋ ਜਿਹਾ ਆਦਮੀ
ਇਹੋ ਜਿਹੇ ਆਦਮੀ ਦੇ ਕੋਲੋਂ ਨੇਕੀ ਦੀ ਕੀ ਆਸ ਰੱਖੀ ਜਾ ਸਕਦੀ ਹੈ? ਇਹ ਕੋਈ ਨੇਕੀ ਕਰ ਸਕਦਾ ਸੀ? ਸਿੱਖਾਂ ਦੇ ਨਾਲ ਨਹੀਂ। ਚਾਰਲਸ ਗੱਫ ਇਹਦੀ ਬੜੀ ਢੁਕਵੀਂ ਤਸਵੀਰ ਖਿੱਚਦਾ। ਚਾਰਲਸ ਗੱਫ ਇੱਕ ਰਾਈਟਰ ਹੈ ਅੰਗਰੇਜ਼। ਉਹ ਗੁਲਾਬ ਸਿੰਘ ਦੇ ਬਾਰੇ ਲਿਖਦਾ, ਕਹਿੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਲਾਬ ਸਿੰਘ ਬੜਾ ਲਾਇਕ ਆਦਮੀ ਸੀ। ਜਿਹੋ ਜਿਹਾ ਉਹਦਾ ਭਰਾ ਧਿਆਨ ਸਿੰਘ ਸਿਆਣਾ ਸੀ, ਉਹ ਵੀ ਬਿਲਕੁਲ ਪ੍ਰਗਟ ਹੈ ਕਿ ਗੁਲਾਬ ਸਿੰਘ ਵੀ ਪੱਥਰ ਦਿਲ, ਨਿੱਜੀ ਲਾਭ ਦਾ ਖਿਆਲ ਰੱਖਣ ਵਾਲਾ ਆਦਮ ਸੀ। ਪੱਥਰ ਦਿਲ ਸੀ, ਆਪਣਾ ਲਾਭ ਹੀ ਸੋਚਦਾ ਸੀ। ਕਹਿੰਦੇ ਇਹੋ ਜਿਹਾ ਜਿਹੜਾ ਬੰਦਾ ਸੀ, ਜ਼ਮੀਂਦਾਰ ਦੀ ਆਖਰੀ ਕੌਡੀ ਵੀ ਆਪਣੀ ਜੇਬ ਵਿੱਚ ਪਾ ਲੈਂਦਾ ਸੀ ਤੇ ਵੈਰੀ ਨੂੰ ਰਾਹ ਵਿੱਚੋਂ ਕੰਡੇ ਦੇ ਵਾਂਗ ਕੱਢ ਦਿੰਦਾ ਸੀ। ਇਹੋ ਜਿਹੀ ਇਹਦੀ ਸ਼ਖਸੀਅਤ ਸੀ ਗੁਲਾਬ ਸਿੰਘ ਦੀ। ਇੱਕ ਅੰਗਰੇਜ਼ ਲਿਖਦਾ ਪਿਆ, ਕਹਿੰਦਾ ਪਰ ਉਹਨੂੰ ਰਹਿਮ ਨਹੀਂ ਸੀ ਆਉਂਦਾ। ਜਦ ਤੱਕ ਉਹ ਕਿਸੇ ਨਾਲ ਵਫਾਦਾਰ ਰਹਿਣ ਵਿੱਚ ਆਪਣਾ ਲਾਭ ਸਮਝਦਾ ਤਾਂ ਉਦੋਂ ਤੱਕ ਉਹ ਆਪਣੀ ਵਫਾਦਾਰੀ ਤੇ ਭਰੋਸਾ ਉਹਦੇ ਨਾਲ ਰੱਖਦਾ। ਉਹ ਬੁਰੀਆਂ ਖਸਲਤਾਂ ਕਈ ਦੇਸੀ ਸਰਦਾਰਾਂ ਵਿੱਚ ਸਨ। ਉਹਦੀਆਂ ਇਹ ਆਦਤਾਂ ਅਕਲ ਤੇ ਢੱਕੀਆਂ ਹੋਈਆਂ ਸਨ। ਕਿਹਾ ਜਾਂਦਾ ਕਿ ਰਹਿਮ ਤੇ ਖੁੱਲ੍ਹ ਦਿਲੀ ਵਾਸਤੇ ਤਿਆਰ ਹੋ ਜਾਂਦਾ ਜੋ ਸੋਚਦਾ ਕਿ ਤਰਸਵਾਨ ਤੇ ਉਧਾਰ ਹੋਣ ਵਿੱਚ ਉਹਦਾ ਜਾਤੀ ਫਾਇਦਾ ਹੈ ਤੇ ਅੰਗਰੇਜ਼ਾਂ ਨਾਲ ਵਫਾਦਾਰੀ ਤੇ ਭਰੋਸਾ ਕੀਤਾ ਜਾ ਸਕਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਇਸ ਵਫਾਦਾਰੀ ਦੇ ਵਿੱਚ ਵੀ ਲਾਭ ਹੈ। ਵਧੇਰੇ ਦਬਾਅ ਪਾਉਣ ਨਾਲ ਉਹ ਬੇਵਫਾ ਵੀ ਹੋ ਸਕਦਾ ਸੀ। ਪੰਜਾਬ ਵਿੱਚ ਹੋਰ ਇਹੋ ਜਿਹਾ ਕੋਈ ਆਦਮੀ ਨਹੀਂ ਸੀ ਜੋ ਇੰਨੀ ਛੇਤੀ ਬੇਵਫਾ ਹੋ ਸਕੇ। ਮੁੱਖ ਦੀ ਗੱਲ ਉਹ ਕਹਿੰਦਾ ਕਿ ਕਿਹਾ ਜਾ ਸਕਦਾ ਕਿ ਉਹਦਾ ਕੰਮ ਕਰਨ ਦਾ ਢੰਗ ਦਾਨਵਾ ਵਰਗਾ ਸੀ, ਜਦੋਂ ਕਿ ਦੂਜਿਆਂ ਦਾ ਵਿਹਾਰ ਚਲਾਕੀ ਦਾ ਸੀ। ਇਸ ਕਰਨੀ ਦੇ ਮਾਲਕ ਗੁਲਾਬ ਸਿੰਘ ਨੂੰ ਪੰਜਾਬ ਦਾ ਵਜ਼ੀਰ ਬਣਾਇਆ ਗਿਆ। ਉਹ ਵੇਖੋ, ਐਸਾ ਬੰਦਾ ਜਿਹੜਾ ਸਿਰਫ ਵਸਾਹਘਾਤ ਕਰਨਾ ਚਾਹੁੰਦਾ ਸੀ, ਜਿਹਨੂੰ ਕਿਸੇ ਦੀ ਨਹੀਂ ਸੀ, ਸਿਰਫ ਆਪਣੇ ਲਾਭ ਦੀ ਜਿਹੜਾ ਸੋਚਦਾ ਸੀ। ਇੱਕ ਅੰਗਰੇਜ਼ ਲਿਖਦਾ, ਕਹਿੰਦਾ ਇਹੋ ਜਿਹੇ ਬੰਦੇ ਨੂੰ ਇਹਨਾਂ ਨੇ ਵਜ਼ੀਰ ਬਣਾਤਾ। ਫਿਰ ਗੁਲਾਬ ਸਿੰਘ ਨੂੰ ਲਾਹੌਰ ਦਰਬਾਰ ਦਾ ਮਹਾਰਾਜਾ ਰਣਜੀਤ ਸਿੰਘ ਦਾ ਦਲੀਪ ਸਿੰਘ ਦਾ ਵਜ਼ੀਰ ਲਾਤਾ। ਹੁਣ ਅਲੀਵਾਲ ਦੀ ਲੜਾਈ ਤੋਂ ਕੁਛ ਦਿਨ ਪਿੱਛੋਂ ਲਾਲ ਸਿੰਘ ਜਿਹੜਾ ਸੀ ਤੇ ਤੇਜਾ ਸਿੰਘ, ਇਹ ਸਿੱਖ ਫੌਜ ਦੇ ਸਣੇ ਦਰਿਆ ਚੜ੍ਹਦੇ ਪਾਸੇ ਲੰਘ ਪਏ। ਉਸ ਵੇਲੇ ਅੰਗਰੇਜ਼ਾਂ ਦੀ ਹਾਲਤ ਕਾਫੀ ਖਰਾਬ ਸੀ। ਉਹਨਾਂ ਦੇ ਕੋਲ ਜੰਗੀ ਸਮਾਨ ਕੋਈ ਨਹੀਂ ਸੀ। ਫੌਜ ਇੱਧਰ ਉੱਧਰ ਉਹਨਾਂ ਦੀ ਖਿਲਰੀ ਹੋਈ ਸੀ। ਜੇ ਸਿੱਖ ਜਰਨੈਲ ਦਿੱਲੀ ਤੋਂ ਆਉਂਦਾ ਸਮਾਨ ਲੁੱਟ ਲੈਂਦੇ ਤੇ ਖਿਲਰੀ ਪੁਲਰੀ ਅੰਗਰੇਜ਼ਾਂ ਦੀ ਫੌਜ ਤੇ ਹਮਲਾ ਕਰ ਦਿੰਦੇ ਤਾਂ ਅੰਗਰੇਜ਼ਾਂ ਦੀ ਜ਼ਰੂਰ ਹਾਰ ਹੁੰਦੀ। ਪਰ ਇਹ ਗੱਲ ਸੀ ਜੋ ਸਿੱਖਾਂ ਨੇ ਦੇਸ਼ ਧਰੋਹੀ ਜਰਨੈਲ ਨਹੀਂ ਚਾਹੁੰਦੇ ਸਨ। ਜੋ ਲਾਲ ਸਿੰਘ, ਤੇਜਾ ਸਿੰਘ ਇਹ ਗੱਲ ਨਹੀਂ ਸੀ ਚਾਹੁੰਦੇ। ਰਾਜਾ ਗੁਲਾਬ ਸਿੰਘ ਦੀ ਵਜ਼ਾਰਤ ਦੀ ਸਿੱਖਾਂ ਵਾਸਤੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਵਾਲੀ ਗੱਲ ਸੀ। ਜੇ ਉਹ ਚਾਹੁੰਦਾ ਤਾਂ ਇਸ ਲੜਾਈ ਨੂੰ ਲੰਮਾ ਕਰ ਸਕਦਾ ਸੀ, ਪਰ ਇਹਦੇ ਵਿੱਚ ਉਹਨੂੰ ਕੋਈ ਲਾਭ ਨਹੀਂ ਸੀ। ਅੰਤ ਉਹ ਸਭਰਾਵੀ ਪੁੱਜਾ। ਕੌਣ? ਗੁਲਾਬ ਸਿੰਘ। ਗੁਲਾਬ ਸਿੰਘ ਸਭਰਾ ਕੇ ਪਹੁੰਚਿਆ। ਉਹਨੇ ਪਹਿਲੋਂ ਹਾਰੀ ਫੌਜ ਨੂੰ ਬੁਰਾ ਭਲਾ ਕਿਹਾ ਕਿ ਉਹਨਾਂ ਬਲਵਾਨ ਗਵਾਂਢੀ ਨਾਲ ਕਿਉਂ ਲੜਾਈ ਛੇੜੀ, ਤੇ ਫਿਰ ਅੰਗਰੇਜ਼ਾਂ ਨਾਲ ਸੌਦਾਬਾਜ਼ੀ ਸ਼ੁਰੂ ਕਰ ਦਿੱਤੀ। ਗੁਲਾਬ ਸਿੰਘ ਨੇ ਪਹਿਲਾਂ ਉਹਨੇ ਕਿਹਾ ਕਿ ਕਿਉਂ ਉਹਨਾਂ ਦੇ ਨਾਲ ਪੰਗਾ ਲਿਆ, ਤੁਸੀਂ ਜਾਣ ਬੁੱਝ ਕੇ ਪੰਗਾ ਲੈਂਦੇ, ਹੁਣ ਹਾਰ ਗਏ ਹੋ। ਤੇ ਨਾਲ ਹੀ ਉਹਨੇ ਉਹਨਾਂ ਦੇ ਨਾਲ ਸੌਦੇਬਾਜ਼ੀ ਸ਼ੁਰੂ ਕਰ ਦਿੱਤੀ, ਚਿੱਠੀ ਪੱਤਰ ਸ਼ੁਰੂ ਕਰ ਦਿੱਤਾ। ਹੁਣ ਹਿੰਦੁਸਤਾਨ ਦਾ ਗਵਰਨਰ ਜਨਰਲ ਜਿਹੜਾ, ਉਹ ਇਹ ਵੇਖ ਕੇ ਬੜਾ ਖੁਸ਼ ਹੋਇਆ ਕਿ ਸਿੱਖ ਅਫਸਰ ਜਿਹੜੇ ਆ ਉਹ ਸੁਲਾਹ ਵਾਸਤੇ ਰਾਜੀ ਹਨ, ਕਿਉਂਕਿ ਉਹ ਸਮਝਦਾ ਸੀ ਜਿਹੜਾ ਗਵਰਨਰ ਜਨਰਲ ਆ ਕਿ ਪੰਜਾਬ ਨੂੰ ਛੇਤੀ ਨਾਲ ਫਤਿਹ ਕਰ ਲੈਣਾ ਸੌਖਾ ਨਹੀਂ। ਤੇ ਜੇ ਸਿੱਖਾਂ ਨੂੰ ਹੁਣ ਕੋਈ ਲੜਾਈ ਲੜਾਉਣ ਵਾਲਾ ਹੁੰਦਾ ਤੇ ਦਰਿਆਓਂ ਉਰਾਰ, ਅੰਮ੍ਰਿਤਸਰ, ਲਾਹੌਰ, ਮੁਲਤਾਨ ਆਦਿ ਕਿਲਿਆਂ ਦੇ ਵਿੱਚ ਇੱਕ ਇੱਕ ਥਾਂ ਸਿੱਖ ਜੰਮ ਕੇ ਲੜਦੇ ਤਾਂ ਇਹ ਜੰਗ ਬੜੀ ਲੰਮੀ ਹੋ ਜਾਂਦੀ ਤੇ ਉਹਦੇ ਨਤੀਜੇ ਬਾਬਤ ਵੀ ਕੁਝ ਕਹਿਣਾ ਔਖਾ ਹੁੰਦਾ। ਬੱਦੋਵਾਲ ਦੀ ਜਿਹੜੀ ਅਧੂਰੀ ਜਿਹੀ ਫਤਿਹ ਨੇ ਹਿੰਦੁਸਤਾਨ ਦੀਆਂ ਸ਼ਹਿਜ਼ਾਦਿਆਂ ਦੇ ਦਿਮਾਗ ਦੇ ਵਿੱਚ ਹੋਰ ਵੀ ਖਿਆਲ ਪੈਦਾ ਕਰ ਦਿੱਤੇ, ਤਾਂ ਇਸ ਲੰਮੀ ਜੰਗ ਦਾ ਆਸਾਰ ਹੋਣਾ ਵੀ ਜ਼ਰੂਰੀ ਸੀ ਕਿ ਜਿਹੜੀ ਸੀ ਜੰਗ ਬੜੀ ਲੰਬੀ ਚੱਲਣੀ ਸੀ ਜੇ ਦੁਬਾਰਾ ਜੰਗ ਹੋ ਜਾਂਦੀ। ਸੋ ਸਿੱਖਾਂ ਤੇ ਅੰਗਰੇਜ਼ਾਂ ਦੋਵਾਂ ਦੇ ਲੀਡਰ ਜਿਹੜੇ ਸਨ ਇਸ ਜੰਗ ਨੂੰ ਬੜੀ ਛੇਤੀ ਖਤਮ ਕਰਨਾ ਚਾਹੁੰਦੇ ਸੀ। ਤੇ ਰਾਜਾ ਗੁਲਾਬ ਸਿੰਘ ਜਿਹੜਾ ਸੀ, ਉਹਨੇ ਲਾਰਡ ਹਾਰਡਿੰਗ ਦੇ ਵਿੱਚ ਇੱਕ ਗੁਪਤ ਸਮਝੌਤਾ ਹੋ ਗਿਆ। ਅੰਗਰੇਜ਼ਾਂ ਨੇ ਗੁਲਾਬ ਸਿੰਘ ਨੂੰ ਪਤਾ ਕਰ ਦਿੱਤਾ ਕਿ ਉਹ ਲਾਹੌਰ ਵਿੱਚ ਸਿੱਖਾਂ ਦੀ ਬਾਦਸ਼ਾਹੀ ਨੂੰ ਮੰਨਣ ਨੂੰ ਤਿਆਰ ਹਨ, ਪਰ ਸਿੱਖ ਲੀਡਰ ਪਹਿਲਾਂ ਹੀ ਆਪਣੀ ਫੌਜ ਨੂੰ ਬੇਹਥਿਆਰ ਕਰ ਦੇਣ। ਕਹਿੰਦਾ ਕਿ ਅਸੀਂ ਤਿਆਰ ਹਾਂ, ਪਰ ਸਿੱਖ ਲੀਡਰ ਆਪਣੀ ਫੌਜ ਨੂੰ ਬੇਹਥਿਆਰ ਕਰ ਦੇਣ। ਮਗਰ ਰਾਜੇ ਨੇ ਫੌਜ ਦੇ ਵਿੱਚ ਐਸਾ ਵਰਤਾਓ ਕਰਨ ਤੋਂ ਆਪਣੇ ਆਪ ਨੂੰ ਅਸਮਰੱਥ ਪ੍ਰਗਟ ਕੀਤਾ, ਕਿਉਂਕਿ ਖਾਲਸਾ ਫੌਜ ਦੇ ਵਿੱਚ ਗੁਲਾਬ ਸਿੰਘ ਉੱਤੇ ਤੇ ਰਣਜੀਤ ਸਿੰਘ ਦੇ ਸ਼ੁਭ ਚਿੰਤਕਾਂ ਉੱਤੇ ਬੜਾ ਰੋਹਬ ਰੱਖਦੀ ਸੀ ਖਾਲਸਾ ਫੌਜ ਜਿਹੜੀ ਹੈ। ਇਸ ਮਜਬੂਰੀ ਨੂੰ ਉਹਨੇ ਜਾਤੀ ਗਰਜ ਵਾਸਤੇ ਬੜਾ ਵਧਾ ਚੜਾ ਕੇ ਅੰਗਰੇਜ਼ਾਂ ਨੂੰ ਦੱਸਿਆ।
मगर बदले हालत विच बरतानवी शौहरत नूं कायम रखण वास्ते लाहौर दे नाल अहदनामा करना जरूरी सी। ਇਹ ਜ਼ਰੂਰੀ ਸੀ ਕਿ ਲਾਹੌਰ ਦੇ ਨਾਲ ਅਹਿਦਨਾਮਾ ਕੀਤਾ ਜਾਵੇ, ਇੱਕ ਜਿਹੜਾ ਸਾਂਝਾ ਪ੍ਰਸਤਾਵ ਰੱਖਿਆ ਜਾਵੇ। ਸੋ ਉਹਦੀ ਇਹਦੇ ਲਈ ਜ਼ਰੂਰੀ ਸੀ ਗੁਲਾਬ ਸਿੰਘ ਵਾਸਤੇ। ਸੋ ਦੋਵਾਂ ਧਿਰਾਂ ਨੇ ਗੁਪਤ ਫੈਸਲਾ ਕੀਤਾ ਕਿ ਅੰਗਰੇਜ਼ ਸਿੱਖ ਫੌਜ ਤੇ ਹਮਲਾ ਕਰਨ ਤੇ ਜਦੋਂ ਹਾਰ ਜਾਏ ਤਾਂ ਲਾਹੌਰ ਦਰਬਾਰ ਲਾਨੀਆਂ ਹਾਰੀ ਹੋਈ ਫੌਜ ਨੂੰ ਕੱਢ ਦੇਵੇ। ਭਾਵ ਜਦੋਂ ਸਿੱਖ ਹਾਰ ਜਾਣ ਤੇ ਲਾਹੌਰ ਦਰਬਾਰ ਉਹਨਾਂ ਨੂੰ ਕੱਢ ਦੇਵੇ ਤਾਂ ਲਾਹੌਰ ਦਰਬਾਰ ਐਲਾਨੀਆਂ ਹੋਈ ਫੌਜ ਨੂੰ ਕੱਢ ਦੇਵੇ, ਹਾਰੀ ਹੋਈ ਫੌਜ ਨੂੰ, ਤੇ ਸਤਲੁਜ ਦੇ ਰਾਹ ਦੇ ਵਿੱਚ ਕੋਈ ਰੁਕਾਵਟ ਨਾ ਹੋਵੇ ਤੇ ਲਾਹੌਰ ਵਾਲੀ ਸੜਕ ਜਿਹਦੀ ਆ ਉਹ ਅੰਗਰੇਜ਼ਾਂ ਵਾਸਤੇ ਖੁੱਲੀ ਹੋਵੇ। ਇਸ ਕੂਟਨੀਤੀ ਤੇ ਬੇਸ਼ਰਮੀ ਦੇ ਜਾਲ ਵਿੱਚ ਫਸ ਕੇ ਸਭਰਾਵਾਂ ਦੀ ਲੜਾਈ ਲੜੀ ਗਈ। ਇਹ ਕੂਟਨੀਤੀ ਕਿਹਨੇ ਤਿਆਰ ਕੀਤੀ ਸੀ? ਗੁਲਾਬ ਸਿੰਘ ਨੇ। ਅੰਗਰੇਜ਼ ਜਨਰਲ ਨਾਲ ਗੱਲ ਹੋਈ ਕਿ ਤੂੰ ਇੰਜ ਕਰ ਕਿ ਜਦੋਂ ਜਿਹੜੀ ਸਿੱਖ ਫੌਜ ਹਾਰ ਜਾਵੇਗੀ ਤੇ ਤੂੰ ਇੰਜ ਕਰੀ ਉਹਨਾਂ ਨੂੰ ਕੱਢ ਦਿਓ ਆਪਣੇ ਰਾਜ ਦੇ ਵਿੱਚੋਂ, ਸਿੱਖ ਫੌਜ ਜਿਹੜੀ ਹਾਰ ਜਾਏਗੀ, ਤੇ ਸਿੱਧਾ ਹੀ ਜਿਹੜਾ ਆ ਸਤਲੁਜ ਤੋਂ ਲਾਹੌਰ ਤੱਕ ਦਾ ਜਿਹੜਾ ਸ਼ਾਹੀ ਰਾਹ ਆ ਉਹਨੂੰ ਖਾਲੀ ਕਰ ਦਿੱਤਾ ਜਾਵੇ ਤੇ ਅੰਗਰੇਜ਼ ਜਿਹੜਾ ਸਿੱਧਾ ਹੀ ਪਹੁੰਚ ਸਕਣ ਆਪਣਾ ਲਾਹੌਰ ਤੇ। ਸੋ ਇਸ ਕਾਰਨ ਕਰਕੇ, ਇਸ ਕੂਟਨੀਤੀ ਦਾ ਕਰਕੇ ਸਭਰਾਵਾਂ ਦੀ ਜੰਗ ਹੋਈ। ਹੁਣ ਸਭਰਾਵਾਂ ਦੀ ਜੰਗ ਜਿਹੜੀ ਆ ਉਹਦੇ ਵਿੱਚ ਸ਼ਾਮ ਸਿੰਘ ਅਟਾਰੀ ਦਾ ਬੜਾ ਵੱਡਾ ਨਾਮ ਹੈ। ਆਪ ਜੀ ਸਕਰੀਨ ਤੇ ਉਹਨਾਂ ਦੀ ਤਸਵੀਰ ਵੀ ਦੇਖ ਰਹੇ ਹੋ। ਹੁਣ ਸਭਰਾਵਾਂ ਦੀ ਜੰਗ ਦੇ ਵਿੱਚ ਹੋਇਆ ਕਿ ਲੀਡਰਾਂ ਦੀ ਬੇਨੀਤੀ ਤੇ ਪਹਿਲੀਆਂ ਲੜੀਆਂ 4 ਲੜਾਈਆਂ ਵਿੱਚ ਸਿੱਖ ਫੌਜ ਕੁਝ ਕੱਟੀ, ਕੁਝ ਮਰੀ, ਕੁਝ ਸਿਪਾਹੀ ਫੱਟੜ ਹੋਏ, ਕੁਝ ਨੱਸ ਗਏ, ਕੁਝ ਅੰਮ੍ਰਿਤਸਰ ਆਣ ਵੜੇ ਤੇ ਬਾਕੀ ਜਿਹੜੇ ਬਚੇ ਉਹ ਮਿਲਾ ਕੇ 20,000 ਦੇ ਲਗਭਗ ਸਨ। ਤੇ ਫਤਿਹਗੜ੍ਹ ਦੇ ਮੈਦਾਨ ਦੇ ਵਿੱਚ ਇਹ ਸਾਰੇ ਇਕੱਠੇ ਹੋ ਗਏ। ਇੱਥੇ ਦਰਿਆ ਦੇ ਖੱਬੇ ਕੰਢੇ ਤੇ ਸਿੱਖਾਂ ਨੇ ਇੱਕ ਕੱਚਾ ਕਿਲ੍ਹਾ ਬਣਾਇਆ ਸੀ। ਸਭਰਾਵਾਂ ਤੁਹਾਨੂੰ ਆਪਾਂ ਪਿਛਲੇ ਦਿਨਾਂ 'ਚ ਆਪ ਜੀ ਨੇ ਸਰਵਣ ਕੀਤਾ। ਸਭ ਤੋਂ ਪਹਿਲਾਂ ਸਿੱਖ ਇੱਥੇ ਪਹੁੰਚੇ ਸਨ ਸਤਲੁਜ ਟੱਪ ਕੇ। ਇਹ ਮੋਰਚਾ ਕੁਝ ਅੱਧੇ ਚੰਦ ਦੇ ਵਾਂਗ ਦਰਿਆ ਦੇ ਨਾਲ ਨਾਲ ਲੰਬਾ ਸੀ, ਲੰਮੇ ਤੌਰ ਤੇ ਬਿਲਕੁਲ ਕੰਢੇ ਕੰਢੇ ਤੇ ਰੱਖਿਆ ਹੋਇਆ ਸੀ ਮੋਰਚਾ। ਇਸਦਾ ਵਿਚਲਾ ਹਿੱਸਾ ਜਿਹੜਾ ਸੀ ਉਹ ਦੱਖਣ ਨੂੰ ਦੁਸ਼ਮਣ ਵੱਲੇ ਉੱਭਰਵਾਂ ਸੀ, ਦੱਖਣ ਵਾਲੇ ਪਾਸੇ ਛਾਉਣੀ ਸੀ ਇਹਨਾਂ ਦੀ, ਅੰਗਰੇਜ਼ਾਂ ਦੀ। ਤੇ ਪਹਿਲੀਆਂ ਲੜਾਈਆਂ ਦੇ ਵਾਂਗੂ ਹੀ ਸਿਪਾਹੀਆਂ ਸਭ ਕੁਝ ਕੀਤਾ ਪਰ ਜਰਨੈਲਾਂ ਕੁਝ ਵੀ ਨਹੀਂ ਕੀਤਾ। ਕਿੱਡੀ ਵੱਡੀ ਗੱਲ ਹੈ। ਸਿਪਾਹੀ ਤਨੋ ਮਨੋ ਲੜਨਾ ਚਾਹੁੰਦੇ ਸਨ ਪਰ ਜਰਨੈਲ ਕੁਝ ਵੀ ਨਹੀਂ ਸੀ ਕਰਦੇ। ਗੁਲਾਬ ਸਿੰਘ ਵਰਗੇ, ਲਾਲ ਸਿੰਘ, ਤੇਜ ਸਿੰਘ ਵਰਗੇ। ਹੁਣ ਸਿੱਖਾਂ ਦੇ ਕੋਲ 200 ਜੰਬੂਰ ਕੇ ਜਿਹੜੀਆਂ ਗੰਨਾਂ ਵੱਡੀਆਂ ਹੁੰਦੀਆਂ ਤੇ 67 ਤੋਪਾਂ ਉਸ ਸਮੇਂ ਸਨ ਬਚੀਆਂ ਤੇ ਜੰਬੂਰ ਕੇ ਮੋਰਚੇ ਦੇ ਅਗਲੇ ਹਿੱਸੇ ਦੇ ਵਿੱਚ ਦੁਸ਼ਮਣਾਂ ਵੱਲੋਂ ਬੀੜੇ ਗਏ ਸਨ ਤੇ ਦੂਰ ਮਾਰੂ ਤੋਪਾਂ ਦਰਿਆ ਦੇ ਪਿਛਲੇ ਕੰਢੇ ਤੇ ਕੱਚੀਆਂ ਥੜਿਆਂ ਤੇ ਰੱਖੀਆਂ ਗਈਆਂ। ਵਿਚਕਾਰ ਬੇੜੀਆਂ ਦਾ ਪੁਲ ਬੱਧਾ ਹੋਇਆ ਸੀ ਜਿਹਦੀ ਰਾਖੀ ਤੇਜ ਸਿੰਘ ਦੀ ਫੌਜ ਕਰ ਰਹੀ ਸੀ। ਇਸ ਤਰ੍ਹਾਂ ਮੋਰਚਾ ਬੰਦੀ ਕਰਕੇ ਸਿੱਖ ਮਰ ਮਿਟਣੀ ਠਾਣ ਕੇ ਅੰਗਰੇਜ਼ਾਂ ਦੀ ਉਡੀਕ ਕਰ ਰਹੇ ਸਨ। ਹੁਣ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਜਿਹੜੇ ਸਨ ਉਹਨਾਂ ਨੂੰ ਜੰਗ ਦੀਆਂ ਖਬਰਾਂ ਰੋਜ਼ ਸੁਣਦੀਆਂ ਸੀ। ਮੁਦਕੀ ਫੇਰੂ ਸ਼ਹਿਰ ਦੀ ਹਾਰ ਉਹਦੇ ਸੀਨੇ ਦੇ ਵਿੱਚ ਕੰਢੇ ਵਾਂਗੂ ਚੁੱਭਦੀ ਸੀ ਸ਼ਾਮ ਸਿੰਘ ਅਟਾਰੀ ਦੇ। ਉਧਰੋਂ ਮਹਾਰਾਣੀ ਜਿੰਦ ਕੌਰ ਦੀ ਚਿੱਠੀ ਪਹੁੰਚਦੀ ਆ ਜਿਸ ਨੇ ਬਿਨਾਂ ਅੱਗੋਂ ਭਾਂਬੜ ਮਚਾ ਦਿੱਤੇ, ਬਿਨਾਂ ਅੱਗ ਤੋਂ ਹੀ ਸ਼ਾਮ ਸਿੰਘ ਅਟਾਰੀ ਦੇ ਅੰਦਰ। ਚਿੱਠੀ ਦੇ ਵਿੱਚ ਦੋਹਾਂ ਲੜਾਈਆਂ ਦਾ ਵੇਰਵਾ ਤੇ ਖਾਲਸਾ ਫੌਜ ਦੀ ਹਾਰ ਦੇ ਕਾਰਨ ਸਾਫ਼-ਸਾਫ਼ ਲਿਖੇ ਸੀ ਇਹਨੇ। ਹੋਰ ਜਗੀਰਦਾਰ ਅਫਸਰਾਂ ਦੇ ਵਾਂਗ ਸ਼ਾਮ ਸਿੰਘ ਅਟਾਰੀ ਕੋਲ ਵੀ ਆਪਣੀ ਨਿੱਜੀ ਫੌਜ ਸੀ। ਉਹ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਆਖਰੀ ਯਤਨ ਕਰਨ ਦੇ ਲਈ ਆਪਣੇ ਮੁੱਠੀ ਭਰ ਸੂਰਮਿਆਂ ਨੂੰ ਨਾਲ ਲੈ ਕੇ ਸਭਰਾਵਾਂ ਦੇ ਮੈਦਾਨ ਵੱਲ ਨੂੰ ਚੱਲ ਪਿਆ ਸ਼ਾਮ ਸਿੰਘ ਅਟਾਰੀ। ਹੁਣ ਅੰਗਰੇਜ਼ਾਂ ਦੀ ਨੀਤੀ ਕੀ ਹੈ? ਅੰਗਰੇਜ਼ਾਂ ਦੀ ਤਿਆਰੀ। ਰਾਜਾ ਗੁਲਾਬ ਸਿੰਘ ਦੇ ਨਾਲ ਗੁਪਤ ਸਮਝੌਤਾ ਹੋਇਆ ਕਿ ਅਸੀਂ ਜੰਗ ਲੜਦੇ ਹਾਂ, ਇਹਨਾਂ ਨੂੰ ਹਰਾ ਕੇ ਤੁਸੀਂ ਗਦਾਰੀ ਕਰਿਓ ਤੇ ਸਾਡੇ ਵਾਸਤੇ ਲਾਹੌਰ ਦਾ ਰਾਹ ਖਾਲੀ ਕਰ ਦਿਓ। ਇਹ ਇਹਨਾਂ ਦਾ ਸਮਝੌਤਾ ਹੋ ਗਿਆ ਗੁਲਾਬ ਸਿੰਘ ਨਾਲ। 7 ਫਰਵਰੀ ਦਿੱਲੀ ਤੋਂ ਨਵਾਂ ਸਮਾਨ ਆਇਆ, ਜੰਗੀ ਸਮਾਨ, ਵੱਡੀਆਂ ਤੋਪਾਂ ਆਈਆਂ ਜਿਨ੍ਹਾਂ ਨੂੰ ਹਾਥੀ ਖਿੱਚਦੇ ਸੀ ਤੇ ਕੁਛ ਨਵੀਂ ਫੌਜ ਜਿਹੜੀ ਆ ਉਹ ਆ ਗਈ ਦਿੱਲੀ ਤੋਂ। 8 ਫਰਵਰੀ ਨੂੰ ਹਰੀ ਸਮਿਥ ਵੀ ਆ ਗਿਆ ਤੇ ਗੱਫ ਨੂੰ ਆਣ ਕੇ ਮਿਲਿਆ, ਜਿਹੜਾ ਗਵਰਨਰ ਹੈ ਗੱਫ। ਸੋ ਉਹਨਾਂ ਨਵੇਂ ਹਮਲੇ ਦੀ ਤਿਆਰੀ ਕਰ ਦਿੱਤੀ। 9 ਫਰਵਰੀ ਦਾ ਸਾਰਾ ਦਿਨ ਤਿਆਰੀ ਕਰਦਿਆਂ ਲੰਘਾ ਦਿੱਤਾ। ਸਾਰੀ ਫੌਜ ਨੂੰ ਇਸ ਤਰ੍ਹਾਂ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਗਿਲਬਰਟ ਦੀ ਫੌਜ ਵਿਚਕਾਰ, ਸਰ ਰਾਬਰਟ ਡਿਕ ਖੱਬੇ ਹੱਥ ਤੇ ਹਰੀ ਸਮਿਥ ਜਿਹੜਾ ਸੀ ਉਹਦੀ ਫੌਜ ਸੱਜੇ ਹੱਥ, 3 ਹਿੱਸਿਆਂ 'ਚ ਵੰਡ ਲਈ। ਫੌਜ ਦੀ ਗਿਣਤੀ ਕਈਆਂ ਨੇ ਤਾਂ ਸਿਰਫ 15,000 ਲਿਖੀ ਤੇ ਕਈਆਂ ਨੇ 15,000 ਪੈਦਲ ਤੇ 10,000 ਘੋੜਿਆਂ ਵਾਲੀ ਫੌਜ,
रसाला फौज ते 120 तोपां लिखियां अंग्रेजां दी फौज। ਹੁਣ 7 ਫਰਵਰੀ ਨੂੰ ਲਾਲ ਸਿੰਘ ਦਾ ਨਿਕਸਨ ਨਾਲ ਇੱਕ ਗੁਪਤ ਚਿੱਠੀਆਂ ਦਾ ਪਹੁੰਚਾਉਣ ਵਾਲਾ ਨੌਕਰ ਜਿਹੜਾ ਸੀ ਨੂਰਦੀਨ ਪਠਾਨ ਕਸੂਰੀ, ਉਹ ਅੰਗਰੇਜ਼ਾਂ ਕੋਲ ਚਿੱਠੀ ਲੈ ਕੇ ਪੁੱਜਦਾ ਲਾਲ ਸਿੰਘ ਦੀ ਚਿੱਠੀ। ਇਸ ਚਿੱਠੀ ਦੇ ਵਿੱਚ ਲਾਲ ਸਿੰਘ ਤੇ ਸਿੱਖਾਂ ਦੇ ਕਿਲੇ ਮੋਰਚੇ ਦਾ ਨਕਸ਼ਾ ਲਿਖਿਆ ਸੀ ਤੇ ਲਿਖਿਆ ਸੀ ਕਿ ਇਸ ਲੜਾਈ ਦਾ ਸੈਨਾਪਤੀ ਤੇਜ ਸਿੰਘ ਹੈ, ਪਰ ਇਸ ਵਿੱਚ ਕੋਈ ਹਰਜ ਨਹੀਂ। ਉਹ ਆਪਣੇ ਬਚਨ ਤੇ ਪੱਕਾ ਹੈ ਤੇ ਵਿੱਤ ਅਨੁਸਾਰ ਅੰਗਰੇਜ਼ਾਂ ਦਾ ਭਲਾ ਕਰਨ ਦਾ ਯਤਨ ਕਰੇਗਾ। ਮੇਰੇ ਹੱਥ ਰਸਾਲਾ ਹੈ, ਫੌਜ ਹੈ, ਰਿਜ਼ਰਵ ਫੌਜ ਨੂੰ ਕਿਹਾ ਜਾਂਦਾ, ਤੇ ਮੈਂ ਉਹਨੂੰ ਇੱਧਰ ਉੱਧਰ ਖਿਲਾਰ ਛੱਡਿਆ। ਨਾਲ ਹੀ ਸਿੱਖਾਂ ਦੇ ਮੋਰਚੇ ਦੀ ਦੱਖਣ ਦੀ ਬਾਹੀ ਬੜੀ ਕਮਜ਼ੋਰ ਹੈ, ਉਧਰ ਦੀ ਕੰਧ ਮਾੜੀ ਬਣੀ ਹੋਈ ਹੈ। ਇਹ ਗੱਲ ਲਾਲ ਸਿੰਘ ਤੇ ਤੇਜ ਸਿੰਘ ਨੇ ਲਿਖ ਕੇ ਇਸ ਨੂਰਦੀਨ ਪਠਾਨ ਨੌਕਰ ਜਿਹੜਾ ਉਹਦੇ ਹੱਥ ਅੰਗਰੇਜ਼ਾਂ ਦੇ ਕੋਲ ਭੇਜੀ। ਹੁਣ ਜਦੋਂ ਸਾਰਾ ਆਪਣੀ ਕਮਜ਼ੋਰੀ ਦੱਸ ਦਈਏ ਦੁਸ਼ਮਣ ਨੂੰ, ਉਹ ਫਿਰ ਉਧਰ ਦੀ ਹਮਲਾ ਕਰੇਗਾ। ਤੇ ਹੋਰ ਸੁਣੋ ਅੱਗੇ ਕਿ ਕਲਕੱਤਾ ਰਿਵਿਊ ਉਹਦੇ ਵਿੱਚ ਲਿਖਿਆ, ਕਲਕੱਤਾ ਰਿਵਿਊ ਇੱਕ ਰਸਾਲੇ ਦੇ ਵਿੱਚ ਕਹਿੰਦਾ, ਭਾਵੇਂ ਲਾਲ ਸਿੰਘ ਤੇ ਤੇਜ ਸਿੰਘ ਗਦਾਰੀ ਤੇ ਸ਼ੱਕ ਨਹੀਂ ਸੀ ਕਰਦਾ, ਪਰ ਫਿਰ ਵੀ ਮੰਨਦਾ ਹੈ ਕਿ ਲਾਲ ਸਿੰਘ ਨਾ ਸਿਰਫ ਨਿਕਸਨ ਨਾਲ ਚਿੱਠੀ ਪੱਤਰ ਹੀ ਕਰ ਰਿਹਾ ਸੀ, ਸਗੋਂ 7 ਫਰਵਰੀ 1846 ਈਸਵੀ ਨੂੰ ਖਿਆਲ ਹੈ ਕਿ ਉਹਨੇ ਸਭਰਾਵਾਂ ਦੇ ਵਿੱਚ ਸਿੱਖਾਂ ਦੇ ਮੋਰਚੇ ਦਾ ਨਕਸ਼ਾ ਲਾਰੈਂਸ ਨੂੰ ਭੇਜਿਆ ਸੀ। 19 ਦਸੰਬਰ 1845 ਨੂੰ ਮੁਦਕੀ ਦੀ ਲੜਾਈ ਤੋਂ ਅਗਲੇ ਦਿਨ ਲਾਲ ਸਿੰਘ ਦਾ ਏਜੰਟ ਬਰਾੜਫੁੱਟ ਕੋਲ ਆਇਆ ਤੇ ਜੋ ਝਾੜ ਪਾ ਕੇ ਕੱਢ ਦਿੱਤਾ ਗਿਆ। ਤੇਜ ਸਿੰਘ ਦੀ ਗਦਾਰੀ ਬਾਰੇ ਇੱਕ ਮੰਨਣ ਵਾਲੀ ਰਵਾਇਤ ਅਨੁਸਾਰ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਤੋਪਾਂ ਦਾ ਬਰੂਦ ਛੇੜਿਆ ਗਿਆ ਤੇ ਬਹੁਤ ਸਾਰਾ ਨਕਾਰਾ ਕਰ ਦਿੱਤਾ ਸੀ। ਹੁਣ ਲਾਲ ਸਿੰਘ ਤੇ ਤੇਜ ਸਿੰਘ ਦੇ ਲੂਣ ਹਰਾਮੀ ਹੋਣ ਤੇ ਕੋਈ ਸ਼ੱਕ ਨਹੀਂ ਹੈ, ਇਹ ਤੇ ਗੱਲ ਪੱਕੀ ਹੈ। ਇੱਥੇ ਇਹੋ ਜਿਹੇ ਕੁੱਲ ਘਾਤੀ ਲੀਡਰ ਹੋਣ, ਉੱਥੇ ਦੁਸ਼ਮਣ ਦੀ ਕੀ ਲੋੜ, ਜਿਹੜੇ ਆਪਣੇ ਕੁੱਲ ਦਾ ਨਾਸ਼ ਕਰਨ ਵਾਸਤੇ ਤਿਆਰ ਸਨ। ਸੋ ਸਾਧ ਸੰਗਤ 10 ਫਰਵਰੀ 1846 ਈਸਵੀ ਦਾ ਸੂਰਜ ਅਜੇ ਨਿਕਲਣ ਵਾਲਾ ਸੀ ਤੇ ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਨੂੰ ਅੱਗ ਲਾ ਦਿੱਤੀ, ਤੋਪਾਂ ਚਲਾ ਦਿੱਤੀਆਂ। 10 ਫਰਵਰੀ ਦਾ ਸੂਰਜ ਅਜੇ ਨਿਕਲਿਆ ਨਹੀਂ ਸੀ, ਭਾਵ 5-6 ਵਜੇ ਸੀ ਅਜੇ। ਅੱਗੋਂ ਉੱਤਰ ਦੇ ਵਿੱਚ ਸਿੱਖਾਂ ਨੇ ਵੀ ਤੋੜੇ ਦਾਗ ਦਿੱਤੇ, ਦੋਵਾਂ ਪਾਸਿਆਂ ਤੇ ਫਿਰ ਅੱਗ ਵਰਨੀ ਸ਼ੁਰੂ ਹੋ ਗਈ। 3 ਘੰਟੇ ਲਗਾਤਾਰ ਗੋਲੇ ਵਰਦੇ ਰਹੇ, ਪਰ ਕੋਈ ਪਾਸਾ ਵੀ ਪੈਰਾਂ ਤੋਂ ਨਾ ਹਿੱਲਿਆ। ਪਿਛਲੀਆਂ 4 ਲੜਾਈਆਂ ਵਿੱਚ ਅੰਗਰੇਜ਼ ਸਿੱਖ ਸਿਪਾਹੀਆਂ ਦੀ ਬਹਾਦਰੀ ਵੇਖ ਚੁੱਕੇ ਸੀ। ਸਿੱਖਾਂ ਦਾ ਰੋਹਬ ਗੋਰਾ ਫੌਜ ਤੇ ਦੇਸੀ ਫੌਜ ਦੋਵਾਂ ਦੇ ਦਿਲ ਤੇ ਬੈਠਾ ਹੋਇਆ ਸੀ, ਡਰਦੇ ਸੀ। ਸੋ ਗੱਫ ਨੇ 4 ਪਲਟਣਾ, 10ਵੀਂ ਪੈਦਲ, ਮਲਕਾਂ ਦੀ 53ਵੀਂ ਪੈਦਲ ਤੇ 43ਵੀਂ ਦੇਸੀ, 49ਵੀਂ ਦੇਸੀ ਤੇ ਸਣੇ ਤੋਪਖਾਨਾ, ਭਾਵ 10 ਫੌਜਾਂ ਜਿਹੜੀਆਂ ਨਵੀਆਂ ਜੋ ਅੱਗੇ ਲੜਾਈ ਵਿੱਚ ਸਿੱਖਾਂ ਨਾਲ ਨਹੀਂ ਲੜੀਆਂ ਸਨ, ਉਹ ਸਿੱਖਾਂ ਤੇ ਹਮਲਾ ਕਰਨ ਵਾਸਤੇ ਤਵੀਜ ਕੀਤੀਆਂ। ਜਿਹੜੀ ਨਵੀਂ ਫੌਜ ਆਈ ਸੀ ਉਹਨੂੰ ਅੱਗੇ ਭੇਜਿਆ, ਪੁਰਾਣੀਆਂ ਨੂੰ ਨਹੀਂ ਭੇਜਿਆ, ਕਿਉਂਕਿ ਪੁਰਾਣੀ ਫੌਜ ਨੂੰ ਪਤਾ ਸੀ ਸਿੱਖਾਂ ਦੀ ਕਿਵੇਂ ਦੇ ਆ ਸਿੱਖ ਤੇ ਕਿਵੇਂ ਇਹਨਾਂ ਨੂੰ ਮਾਰ ਪਹੁੰਚਾਉਣਗੇ। ਹੁਣ ਜਿਹੜੀ ਨਵੀਂ ਫੌਜ ਉਹਨੂੰ ਅੱਗੇ ਕੀਤਾ ਗਿਆ ਤੇ ਸਰ ਰਾਬਰਟ ਡਿਕ ਨੇ ਇਹ 4 ਪਲਟਣਾ ਲੈ ਕੇ ਲਾਲ ਸਿੰਘ ਦੇ ਦੱਸੇ ਮੁਤਾਬਕ ਦੱਖਣੀ ਹਿੱਸੇ ਤੇ ਹੱਲਾ ਕਰ ਦਿੱਤਾ। ਤੋਪਾਂ ਦੀ ਮਾਰ ਨੇ ਬਾਹੀ ਵਿੱਚ ਇੱਕ ਪਾੜ ਪਾ ਦਿੱਤਾ। ਗੁੱਸੇ ਵਿੱਚ ਸਿੱਖਾਂ ਨੇ ਉਹ ਅੱਗ ਭਰਾਈ ਕਿ ਰਾਬਰਟ ਡਿਕ ਨੂੰ ਜ਼ਖਮੀ ਹੋ ਕੇ ਪਿੱਛੇ ਮੁੜਨਾ ਪਿਆ। ਸਿੱਖਾਂ ਨੇ ਉਹ ਮੋਰਚਾ ਫੇਰ ਪੱਕਾ ਕਰ ਲਿਆ। ਅੰਗਰੇਜ਼ ਵਾਰ-ਵਾਰ ਹੱਲਾ ਕਰਦੇ ਤੇ ਖਾਲਸਾ ਫੌਜ ਫੌਲਾਦੀ ਕੰਧ ਦੇ ਨਾਲ ਟੱਕਰ ਖਾ ਕੇ ਵਾਪਸ ਮੁੜ ਆਉਂਦੇ। ਇਸ ਵੇਲੇ ਲਾਲ ਸਿੰਘ ਸਣੇ ਆਪਣੀ ਫੌਜ ਦੇ ਬਿਨਾਂ ਕਾਰਨ ਦੱਸੇ ਨੱਸ ਗਿਆ, ਭੱਜ ਗਿਆ। ਥੋੜੀ ਦੇਰ ਪਿੱਛੋਂ ਤੇਜ ਸਿੰਘ ਵੀ ਸਣੇ ਆਪਣੇ 6000 ਫੌਜ ਦੇ ਨੱਸ ਉੱਠਿਆ, ਭੱਜ ਉੱਠਿਆ ਤੇ ਜਾਂਦਾ ਜਾਂਦਾ ਬਰੂਦ ਦੀਆਂ ਭਰੀਆਂ ਹੋਈਆਂ ਬੇੜੀਆਂ ਦਰਿਆ ਦੇ ਵਿੱਚ ਡੋਬ ਗਿਆ। ਕਿੰਨੀ ਮਾੜੀ ਕੀਤੀ ਇਹਨੇ, ਬਰੂਦ ਦੀਆਂ ਭਰੀਆਂ ਬੇੜੀਆਂ ਦਰਿਆ 'ਚ ਡੁੱਬ ਗਿਆ। ਜੋ ਪੁਲ ਸਿੱਖਾਂ ਨੇ ਦਰਿਆ ਉੱਤੇ ਬੱਧਾ ਸੀ ਤੇ ਜਿਹਦੀ ਰਾਖੀ ਤੇਜ ਸਿੰਘ ਕਰ ਰਿਹਾ ਸੀ, ਉਹ ਉਸ ਵਿੱਚੋਂ 2 ਬੇੜੀਆਂ ਡੋਬ ਕੇ ਪੁਲ ਵੀ ਤੋੜ ਗਿਆ। ਜਰਨੈਲਾਂ ਤੋਂ ਸਖਣੀ ਫੌਜ ਜਿਹੜੀ ਉਹ ਘਬਰਾ ਗਈ। ਲੜਨ ਵਾਲੇ ਸਨ ਪਰ ਲੜਾਉਣ ਵਾਲਾ ਕੋਈ ਨਹੀਂ ਸੀ। ਇਹਨਾਂ ਨੂੰ ਤੋਪਚੀਆਂ ਵੱਲੋਂ ਸਾਰੇ ਦੁਹਾਈ ਫਿਰ ਗਈ ਕਿ ਨਵੀਆਂ ਪੇਟੀਆਂ ਖੋਲਣ ਤੇ ਉਹਨਾਂ ਵਿੱਚੋਂ ਬਰੂਦ ਦੀ ਥਾਂ ਤੇ ਰੇਤ ਤੇ ਸਰੋਂ ਨਿਕਲਦੀ ਹੈ। ਦੇਖੋ ਕਿੰਨੀ ਮਤਲਬ ਜ਼ਿਆਦਤੀ ਇਹਨਾਂ ਨੇ ਕੀਤੀ ਕਿ ਜਿਹੜੀਆਂ ਬਰੂਦ ਦੀਆਂ ਪੇਟੀਆਂ ਸਨ ਉਹਨਾਂ ਦੇ ਵਿੱਚ ਸਰੋਂ ਭਰ ਕੇ ਭੇਜੀ ਤੇ ਰੇਤ ਭਰ ਕੇ ਭੇਜੀ। ਹੁਣ ਕੀਤਾ ਕੀ ਜਾਵੇ, ਸਾਹਮਣੀ ਬਾਈ ਦੇ ਜਬੂਰ ਕੇ ਖਾਲੀ ਪਏ ਸੀ ਤੇ ਬੰਦੂਕਚੀਆਂ ਨੂੰ ਬਰੂਦ ਮਿਲਣਾ ਬੰਦ ਹੋ ਗਿਆ ਤੇ ਦਰਿਆ ਦੇ ਪਿਛਲੇ ਪਾਸੇ ਬੇੜੀਆਂ ਹੋਈਆਂ ਦੂਰ ਮਾਰੂ ਤੋਪਾਂ ਜਿਹੜੀਆਂ ਸਨ, ਉਹ ਗੋਲੇ ਅੰਗਰੇਜ਼ੀ ਫੌਜ ਦੇ ਉੱਪਰ ਲਈ
ਅਗਲੇ ਪਾਸੇ ਜਾ ਕੇ ਪੈਂਦੇ ਸਨ, ਕਿਉਂਕਿ ਹੁਣ ਉਹਨਾਂ ਤੋਪਾਂ ਦੇ ਚਲਾਉਣ ਵਾਲੇ ਮੁਸਲਮਾਨ ਸਨ, ਜੋ ਤੋਪਾਂ ਦੇ ਮੂੰਹ ਚੁੱਕ ਕੇ ਚਲਾਉਂਦੇ ਸਨ ਤਾਂ ਕਿ ਦੁਸ਼ਮਣ ਦਾ ਕੋਈ ਨੁਕਸਾਨ ਨਾ ਹੋਵੇ। ਅੰਤ ਇਹ ਤੋਪਾਂ ਵੀ ਹੌਲੀ ਹੌਲੀ ਚੱਲਣੋਂ ਬੰਦ ਹੋ ਗਈਆਂ। ਕਿੰਨੀ ਮਾੜੀ ਹੋਈ ਸਿੱਖਾਂ ਦੇ ਨਾਲ। ਹੁਣ ਇੰਨੇ ਤੱਕ ਜਿਹੜੀ ਵਿਰੋਧੀ ਫੌਜ 2-3 ਥਾਵਾਂ ਤੋਂ ਸਿੱਖਾਂ ਦੇ ਮੋਰਚਿਆਂ ਦੇ ਵਿੱਚ ਦਾਖਲ ਹੋ ਗਈਆਂ। ਸਿੱਖ ਵੀ ਲੱਗੇ ਖਿੱਲਰਨ। ਐਨ ਇਸੇ ਵੇਲੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਇਹ ਮੈਦਾਨੇ ਜੰਗ 'ਚ ਪੁੱਜਾ ਹੈ ਜਵਾਨ। ਇਹਨੇ ਚਿੱਟਾ ਨੂਰਾਨੀ ਦਾੜਾ, ਇਹਦਾ ਚਿੱਟੀ ਪੋਸ਼ਾਕ ਸੱਜਿਆ ਹੋਇਆ ਹੈ ਤੇ ਸਫੇਦ ਘੋੜੇ ਦੇ ਉੱਤੇ ਸ਼ੋਭਾ ਪਾ ਰਿਹਾ ਸੀ ਸ਼ਾਮ ਸਿੰਘ ਅਟਾਰੀ ਵਾਲਾ। ਇਹ ਮੋਰਚੇ ਦੀ ਹਾਲਤ ਦੇਖ ਕੇ ਬੜਾ ਹੈਰਾਨ ਹੋਇਆ। ਸ਼ਹੀਦੀ ਤੋਂ ਬਿਨਾਂ ਹੋਰ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਸੀ। ਇਹ ਕੌਮੀ ਪਰਵਾਨਾ, ਅਣਖ ਦਾ ਪੁਤਲਾ ਖਾਲਸਾ ਫੌਜ ਨੂੰ ਮਰਨ ਮਿਟਣ ਵਾਸਤੇ ਲਲਕਾਰਨ ਲੱਗਾ। ਇਹਨੇ ਕਿਹਾ, ਕਹਿੰਦਾ ਸਰਦਾਰ ਸ਼ਾਮ ਸਿੰਘ ਨੂੰ ਵੇਖ ਕੇ ਜਿਹੜੇ ਸਿਪਾਹੀ ਸਨ ਉਹਨਾਂ ਦੀ ਜ਼ਿੰਦਗੀ ਜਿਹੜੀ ਨਵੀਂ ਬਣ ਗਈ, ਮਤਲਬ ਨਵੀਂ ਜ਼ਿੰਦਗੀ ਇਹਨਾਂ 'ਚ ਆ ਗਈ। ਜਿੰਨੇ ਘਬਰਾਏ ਹੋਏ ਸਿਪਾਹੀ ਸਨ ਫਿਰ ਮਨ ਮਿਟਣ ਵਾਸਤੇ ਤਿਆਰ ਹੋ ਗਏ। ਪਰ ਅਫਸੋਸ ਦੀ ਗੱਲ ਇਹ ਆ ਕਿ ਇਹਨਾਂ ਦਾ ਜੋਸ਼ ਤੇ ਉਦਮ ਕਿਸੇ ਲੇਖੇ ਨਹੀਂ ਸੀ। ਕਿਉਂਕਿ ਬਰੂਦ ਬਿਲਕੁਲ ਮੁੱਕ ਚੁੱਕਾ ਸੀ। ਨਵੀਆਂ ਪੇਟੀਆਂ ਵਿੱਚੋਂ ਬਰੂਦ ਦੀ ਥਾਂ ਤੇ ਤੇਜ ਸਿੰਘ ਦੀ ਗਦਾਰੀ ਦਾ ਕਰਕੇ ਸਰੋਂ ਤੇ ਰੇਤ ਨਿਕਲ ਲੱਗ ਪਈ, ਕਿਉਂਕਿ ਉਹਨਾਂ ਦੇ ਵਿੱਚ ਬਰੂਦ ਨਹੀਂ ਸੀ, ਰੇਤ ਭਰੀ ਸੀ ਤੇ ਸਰੋਂ ਭਰੀ ਸੀ। ਹੁਣ ਸਿੱਖ ਫੌਜ ਵਾਸਤੇ ਦੋਵੇਂ ਰਾਹ ਜਿਹੜੇ ਉਹ ਰਹਿ ਗਏ। ਜਾਂ ਕਾਇਰਾਂ ਦੇ ਵਾਂਗ ਦੁਸ਼ਮਣ ਦੇ ਸਾਹਮਣੇ ਹਥਿਆਰ ਰੱਖ ਦੇਣ ਤੇ ਜਾਂ ਮੈਦਾਨੇ ਜੰਗ ਦੇ ਵਿੱਚ ਕੱਟ ਮਰਨ। ਜਿੱਤ ਦੀ ਆਸ ਜਾਂਦੀ ਰਹੀ, ਪਰ ਸ਼ਾਬਾਸ਼ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਦੀ ਪੁੱਤਰਾਂ ਦੇ ਉੱਤੇ ਕਿ ਚਫੇਰਿਓਂ ਦੁਸ਼ਮਣ ਦੀਆਂ ਸੰਗੀਨਾਂ ਬੰਦੂਕਾਂ ਦੇ ਨਾਲ ਘਿਰਿਆ ਹੋਇਆ ਵੀ ਕਿਸੇ ਸਿੱਖ ਨੇ ਹਥਿਆਰ ਰੱਖਣ ਦਾ ਪ੍ਰਣ ਨਹੀਂ ਕੀਤਾ, ਸਗੋਂ ਹਰ ਥਾਂ ਵੈਰੀਆਂ ਦਾ ਟਾਕਰਾ ਜਿਹੜਾ ਉਹ ਕਰਦੇ ਰਹੇ। ਇੱਧਰ ਸਰਦਾਰ ਸਿੰਘ ਅਟਾਰੀ ਵਾਲੇ ਨੇ ਲਲਕਾਰ ਕੇ ਕਿਹਾ ਕਿ ਖਾਲਸਾ ਜੀ, ਹੁਣ ਵੇਲਾ ਹੈ ਕਿ ਤੁਸੀਂ ਗੁਰੂ ਮਹਾਰਾਜ ਦੇ ਅੰਮ੍ਰਿਤ ਦੀ ਸ਼ਕਤੀ ਵਿਖਾਓ। ਮੌਤ ਤੁਹਾਡੇ ਸਾਹਮਣੇ ਮੂੰਹ ਅੱਡ ਖਲੋਤੀ ਹੈ। ਪਿਛਲੇ ਪਾਸੇ ਖੂਨੀ ਦਰਿਆ, ਅਗਲੇ ਪਾਸੇ ਕਾਲ ਦਾ ਰੂਪ ਦੁਸ਼ਮਣ ਦੀਆਂ ਤੋਪਾਂ ਹਨ। ਤੁਹਾਡੇ ਜਰਨੈਲ ਵਿਸਾਖਘਾਤ ਕਰ ਗਏ ਹਨ। ਤੋਪਾਂ ਤੇ ਬੰਦੂਕਾਂ ਬਰੂਦ ਖਾਣੋਂ ਬੇਕਾਰ ਪਈਆਂ ਹਨ। ਹੁਣ ਤਾਂ ਨਿੱਤ ਦੀ ਸੰਗਣ ਕਲਗੀਧਰ ਦੀ ਬਖਸ਼ੀ ਹੋਈ ਤਲਵਾਰ ਹੀ ਬਾਕੀ ਹੈ। ਸੋ ਸ਼ੇਰੋ ਸਾਵਧਾਨ ਹੋਵੋ, ਦੁਸ਼ਮਣ ਦੇ ਗੁਲਾਮ ਬਣ ਕੇ ਜੂਨ ਨਾਲ ਮਰਦਾਂ ਦੀ ਮੌਤ ਮਰੋ ਤੇ ਦੇਸ਼ ਦੀ ਖਾਤਰ ਸ਼ਹੀਦ ਹੋ ਕੇ ਸੱਚਖੰਡ ਜਾਓ। ਅੱਗਿਓਂ ਖਾਲਸਾ ਫੌਜ ਨੇ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਿਆ ਹੈ ਤੇ ਅਸਮਾਨ ਗੂੰਜ ਉੱਠਿਆ। ਸਿੱਖ ਸਿਪਾਹੀ ਤਲਵਾਰਾਂ ਧੂ ਕੇ ਮਰਨ ਮਿਟਣ ਵਾਸਤੇ ਤਿਆਰ ਹੋ ਖਲੋਤੇ ਆ। ਸਰਦਾਰ ਸ਼ਾਮ ਸਿੰਘ ਅਟਾਰੀ ਨੇ 50 ਨੰਬਰ ਪਲਟਨ ਦੇ ਉੱਤੇ ਹਮਲਾ ਬੋਲ ਦਿੱਤਾ ਹੈ। ਸਿੱਖ ਫੌਜ ਹੱਲੇ ਨੇ ਅੰਗਰੇਜ਼ੀ ਪਲਟਨ ਦੇ ਜਿਹੜੇ ਪੈਤੜੇ ਹਿਲਾ ਦਿੱਤੇ, ਉਹਨਾਂ ਦੀਆਂ ਪਾਲਾਂ ਤੋੜ ਦਿੱਤੀਆਂ, ਸਫਾ ਉਲਟਾ ਦਿੱਤੀਆਂ ਤੇ ਪੈਰ ਉਖੇੜ ਦਿੱਤੇ। ਪਿੱਛੋਂ ਅੰਗਰੇਜ਼ੀ ਤੋਪਾਂ ਨੇ ਹੋਰ ਜ਼ੋਰ ਨਾਲ ਅੱਗ ਭਰਾਈ। ਅੰਗਰੇਜ਼ੀ ਫੌਜ ਨੇ ਸੰਗੀਨਾਂ ਨਾਲ ਸਿੱਖਾਂ ਤੇ ਹਮਲਾ ਕੀਤਾ। ਇਸੇ ਵੇਲੇ ਸਰਦਾਰ ਸ਼ਾਮ ਸਿੰਘ ਅਟਾਰੀ 7 ਗੋਲੀਆਂ ਖਾ ਕੇ ਆਪਣੇ ਘੋੜੇ ਤੋਂ ਡਿੱਗਾ। ਉਹ ਆਜ਼ਾਦੀ ਦਾ ਪੁਜਾਰੀ, ਕੁਰਬਾਨੀ ਦਾ ਦੇਵਤਾ, ਸ਼ਹੀਦ ਹੋ ਕੇ ਸੱਚਖੰਡ ਜਾ ਵਸਿਆ ਤੇ ਉਹਦੇ ਨਾਲ ਹੀ ਸਰਦਾਰ ਮੇਵਾ ਸਿੰਘ, ਸਰਦਾਰ ਜੈਮਲ ਸਿੰਘ ਨਿਹੰਗ ਵੀ ਸ਼ਹੀਦ ਹੋ ਗਏ। ਸਰਦਾਰ ਸ਼ਾਮ ਸਿੰਘ ਅਟਾਰੀ ਦੇ ਸ਼ਹੀਦ ਹੋ ਜਾਣ ਦੇ ਨਾਲ ਹੀ ਖਾਲਸਾ ਫੌਜ ਦੇ ਹੌਸਲੇ ਟੁੱਟ ਗਏ। ਤੋਪਾਂ ਤੇ ਬੰਦੂਕਾਂ ਸਾਹਮਣੇ ਤਲਵਾਰ ਕਿੰਨਾ ਕੁ ਚਿਰ ਟਿਕ ਸਕਦੀ ਹੈ। ਸਿੱਖ ਫੌਜ ਦੇ ਵਿੱਚ ਭਾਜੜ ਪੈ ਗਈ, ਜਿਸ ਕਰਕੇ ਜਿਸ ਪਾਸੇ ਕਿਸੇ ਦਾ ਮੂੰਹ ਆਇਆ ਨਾ ਟੁੱਟਿਆ, ਪਰ ਨੱਸਦੇ ਹੋਏ ਸਿੱਖ ਦੀ ਤਲਵਾਰ ਵੀ ਵੈਰੀ ਦੇ ਮੂੰਹ ਵਿੱਚ ਲਹੂ ਵਿੱਚ ਡੁੱਬੇ ਬਿਨਾਂ ਨਹੀਂ ਸੀ ਰਹਿੰਦੀ। ਇਸੇ ਵੇਲੇ ਇੱਥੋਂ ਦਾ ਨਜ਼ਾਰਾ ਵੇਖ ਕੇ ਦਿਲ ਦਹਿਲ ਜਾਂਦਾ ਸੀ ਕਿ 3-4 ਮੀਲ ਲਮਾਣ ਦੇ ਮੀਲ 1.5 ਮੀਲ ਚੁੜਾਨ ਦੇ ਵਿੱਚ ਲੋਥਾਂ ਤੇ ਲੋਥ ਚੜੀ ਪਈ ਸੀ। ਸਾਰੀ ਧਰਤੀ ਲਹੂ ਦੇ ਨਾਲ ਰੋਣੀ ਪਈ ਸੀ। ਕਿਤੇ ਕਿਸੇ ਸਿੱਖ ਦੇ ਕੇਸ ਖਿਲਰੇ ਪਏ ਸੀ, ਕਿਸੇ ਗੋਰੇ ਦੇ ਝੰਡ ਪਈ ਉੱਡਦੀ ਸੀ। ਸਤਲੁਜ ਦਾ ਪਾਣੀ ਲਹੂ ਰੋਗਾ ਹੋ ਵਗ ਰਿਹਾ ਸੀ ਤੇ ਵਿੱਚ ਮੱਛੀਆਂ ਵਾਂਗ ਸਿੱਖਾਂ ਦੀਆਂ ਲਾਸ਼ਾਂ ਤਰ ਰਹੀਆਂ ਸਨ ਤੇ ਅੰਗਰੇਜ਼ੀ ਫੌਜ ਦੇ ਹੰਕਾਰੀ ਸਿਪਾਹੀ ਰੁੜੇ ਜਾਂਦੇ ਜ਼ਖਮੀ ਸਿੱਖਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਰਹੇ ਸੀ। ਕੁਝ ਸਿੱਖ ਮੈਦਾਨ ਵਿੱਚ ਵੈਰੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਏ, ਕੁਝ ਦਰਿਆ 'ਚ ਰੁੜ ਗਏ। ਜਿਹੜੇ ਬਚੇ ਉਹ ਅੰਮ੍ਰਿਤਸਰ ਜਾ ਇਕੱਠੇ ਹੋਏ। ਅਫਸੋਸ ਜੇ ਕਿਤੇ ਲਾਲ ਸਿੰਘ ਤੇ ਤੇਜ ਸਿੰਘ ਭਾਵੇਂ ਦੋਵੇਂ ਬ੍ਰਾਹਮਣ ਸਨ ਤੇ ਗੁਲਾਬ ਸਿੰਘ ਡੋਗਰਾ ਸਿੱਖਾਂ ਦਾ ਨਾਲ ਗਦਾਰੀ ਨਾ ਕਰਦੇ ਤਾਂ 10 ਫਰਵਰੀ ਦੁਪਹਿਰ ਤੱਕ ਅੰਗਰੇਜ਼ਾਂ ਨੇ ਫਿਰ ਪੂਰੀ ਜਿੱਤ ਹਾਸਲ ਕਰ ਲਈ। ਜੇ ਕਿਤੇ ਇਹ ਨਾ ਸਿੱਖਾਂ ਦੇ ਨਾਲ ਗਦਾਰੀ ਕਰਦੇ ਤੇ ਸਿੱਖਾਂ ਦੀ ਜਿੱਤ ਹੋਣੀ ਸੀ। ਸੋ 10 ਫਰਵਰੀ ਨੂੰ ਦੁਪਹਿਰ ਤੱਕ ਅੰਗਰੇਜ਼ਾਂ ਨੇ ਪੂਰੀ ਜਿੱਤ ਹਾਸਲ ਕਰ ਲਈ। ਸਿੱਖਾਂ ਦੀਆਂ 60 ਤੋਪਾਂ
200 ਜੰਬੂਰੇ ਜੇਤੂਆਂ ਦੇ ਹੱਥ ਆ ਗਏ। ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਦੇ ਵੱਡੇ ਅਫਸਰ 13 ਮਾਰੇ ਗਏ, 101 ਅਫਸਰ ਜ਼ਖਮੀ ਹੋਏ, ਕੁੱਲ 320 ਆਦਮੀ ਮਾਰੇ ਗਏ, 20,063 ਜ਼ਖਮੀ ਹੋਏ। ਸਿੱਖਾਂ ਦੇ ਨੁਕਸਾਨ ਦਾ ਠੀਕ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ ਕਿ ਉਹਨਾਂ ਜਰਨੈਲਾਂ ਨੇ ਪੜਤਾਲ ਕਰਨੀ ਸੀ, ਜਿਹੜੇ ਫੌਜ ਨੂੰ ਮੌਤ ਦੇ ਮੂੰਹ ਦੇ ਵਿੱਚ ਧੱਕ ਕੇ ਆਪ ਘਰ ਜਾ ਵੜੇ ਸਨ। ਸੋ ਸਿੱਖਾਂ ਦੇ ਨੁਕਸਾਨ ਦਾ ਅੰਦਾਜ਼ਾ ਵੱਖ-ਵੱਖ ਲਿਖਾਰੀਆਂ ਨੇ ਲਾਇਆ ਕਿ 5 ਤੋਂ 7,000 ਦੇ ਵਿੱਚ ਸਿੱਖਾਂ ਦਾ ਨੁਕਸਾਨ ਹੋਇਆ, ਸਿੱਖ ਫੌਜ ਜਿਹੜੀ ਮਾਰੀ ਗਈ। ਸੋ ਇਸ ਤੋਂ ਬਾਅਦ ਸਾਧ ਸੰਗਤ ਅੱਗੇ ਕੀ ਹੋਇਆ, ਸਿੱਖ ਕਿਉਂ ਹਾਰੇ, ਇਹ ਆਪਾਂ ਨਿਰਣਾ ਕੱਲ ਨੂੰ ਕਰਨਾ ਹੈ, ਕਿਉਂਕਿ ਅੰਗਰੇਜ਼ਾਂ ਦੀਆਂ ਲਿਖਤਾਂ ਤੋਂ ਇਹ ਸਾਰਾ ਪਤਾ, ਕਿਉਂਕਿ ਅੰਗਰੇਜ਼ ਨਾਲ ਨਾਲ ਲਿਖ ਲੈਂਦੇ ਸਨ। ਜੋ ਵੀ ਅੰਗਰੇਜ਼ ਕਰਦੇ ਸਨ ਉਹਨੂੰ ਨਾਲ ਦੀ ਨਾਲ ਚਿੱਠੀਆਂ ਦਾ ਰੂਪ ਦੇ ਦਿੰਦੇ ਸਨ, ਕਿਤਾਬਾਂ ਦਾ ਰੂਪ ਦੇ ਦਿੰਦੇ ਸਨ। ਉਹ ਸਾਰਾ ਜਿਹੜਾ ਹੈ ਅੱਗੇ ਕੀ ਵਾਪਰਦਾ ਹੈ, ਕੀ ਉਹ ਸਾਰੀਆਂ ਗੱਲਾਂ ਲਿਖਦੇ ਆ, ਤੇ ਉਹ ਆਪਾਂ ਆਉਣ ਵਾਲੇ ਦਿਨਾਂ 'ਚ ਵਿਚਾਰਾਂਗੇ। ਸੋ ਇਸ ਪ੍ਰਕਾਰ ਇਹ ਸਭਰਾਵਾਂ ਦੀ ਜਿਹੜੀ ਜੰਗ ਹੈ ਸਿੱਖਾਂ ਦੇ ਨਾਲ ਅੰਗਰੇਜ਼ਾਂ ਦੀ ਤੇ ਸਿੱਖਾਂ ਦੀ ਹੋਈ, ਜਿਹਦੇ ਵਿੱਚ ਤੇਜਾ ਸਿੰਘ ਤੇ ਲਾਲ ਸਿੰਘ ਨੇ ਗਦਾਰੀ ਕੀਤੀ ਹੈ, ਗੁਲਾਬ ਸਿੰਘ ਨੇ ਗਦਾਰੀ ਕੀਤੀ ਹੈ, ਜਿਨ੍ਹਾਂ ਨੇ ਰੇਤ ਭਰ ਕੇ ਭੇਜੀ, ਸਰੋਂ ਭਰ ਕੇ ਭੇਜੀ ਬਰੂਦ ਦੀ ਜਗ੍ਹਾ ਦੇ ਉੱਤੇ, ਤੇ ਜਾਂਦੀ ਵਾਰੀ ਤੇਜਾ ਸਿੰਘ ਪੁਲ ਵੀ ਤੋੜ ਗਿਆ ਤੇ ਜਿਹੜੀਆਂ ਬੇੜੀਆਂ 'ਚ ਬਰੂਦ ਸੀ ਉਹ ਵੀ ਰੋੜ ਗਿਆ। ਇਸੇ ਕਰਕੇ ਸਾਧ ਸੰਗਤ ਸਿੱਖਾਂ ਦੀ ਹਾਰ ਹੋਈ। ਜੇ ਕਿਤੇ ਸਿੱਖਾਂ ਦੇ ਕੋਲ ਉਸ ਸਮੇਂ ਬਰੂਦ ਗੋਲਾ ਬਰੂਦ ਹੁੰਦਾ ਤੇ ਸ਼ਾਮ ਸਿੰਘ ਅਟਾਰੀ ਸਾਹਮਣੇ ਲੜ ਰਿਹਾ ਸੀ, ਜੇ ਇਹਦੇ ਕੋਲ ਸਾਰਾ ਕੁਝ ਹੁੰਦਾ ਤੇ ਜ਼ਰੂਰ ਸਿੱਖ ਜਿੱਤ ਪ੍ਰਾਪਤ ਕਰਦੇ। ਪਰ ਅਫਸੋਸ ਕਿ ਸਾਡੇ ਨਾਲ ਸਾਡਿਆਂ ਨੇ ਵਿਸ਼ਵਾਸਘਾਤ ਕੀਤਾ, ਜਿਹਦਾ ਕਰਕੇ ਸਾਡੇ ਆਪਣਿਆਂ ਦੇ ਵਿਸ਼ਵਾਸਘਾਤ ਕਰਕੇ ਸਾਡਾ ਇੰਨਾ ਨੁਕਸਾਨ ਹੋਇਆ। ਸੋ ਇੱਥੇ ਕਲਾਸ ਦੀ ਸਮਾਪਤੀ ਹੈ। ਬਾਕੀ ਆਪਾਂ ਵਿਚਾਰ ਕੱਲ ਨੂੰ ਕਰਾਂਗੇ। ਨਿਰਣਾ ਕਰਨਾ ਹੈ ਕਿ ਕਿਉਂ ਸਿੱਖ ਹਾਰੇ, ਇਹ ਸਾਰੀ ਗੱਲਬਾਤ ਕੱਲ ਨੂੰ ਹੋਏਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।